ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਸ਼ੁਰੂ ਕੀਤੀ ਗਈ। ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਨੂੰ ਪ੍ਰੇਰਿਤ ਕੀਤਾ, ਦੂਸਰੇ ਨੇ ਤੀਸਰੇ ਨੂੰ ਪ੍ਰੇਰਿਤ ਕੀਤਾ। ਇਹ ਲਹਿਰ ਘਰ ਘਰ ਤੱਕ ਪਹੁੰਚਦੀ ਗਈ। ਕੁਝ ਸੰਸਥਾਵਾਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ। ਸਟੂਡੈਂਟਸ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕੀਤਾ। ਸ਼ੁਕਰ ਵਾਹਿਗੁਰੂ ਦਾ, ਹੁਣ ਤਾਂ ਬੱਚੇ ਵੀ ਪੁੱਛਣ ਲੱਗ ਗਏ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ। ਹੁਣ ਤਾਂ ਬੱਚਿਆਂ ਦੇ ਤੋਤਲੀ ਆਵਾਜ਼ ਵਿੱਚੋਂ ਨਿਕਲੇ ਹੋਏ ਇਹ ਸਵਾਲ ਸਾਨੂੰ ਹਲੂਣ ਦਿੰਦੇ ਹਨ, ਮਿੱਠਾ ਜਿਹਾ ਹਲੂਣਾ ਦਿੰਦੇ ਨੇ। ਜਿਹੜੇ ਇਦਾਂ ਸੋਚਦੇ ਸੀ ਚੱਲ ਕਰਾਂਗੇ, ਸ਼ੁਰੂ ਕਰਾਂਗੇ, ਕੱਲ੍ਹ ਨੂੰ ਕਰਾਂਗੇ, ਇਸ ਵੀਕਐਂਡ 'ਤੇ ਕਰਾਂਗੇ, ਟਾਈਮ ਨਹੀਂ ਹੈ। ਬੱਚਿਆਂ ਦੇ ਸਵਾਲਾਂ ਨੇ ਉਹਨਾਂ ਨੂੰ ਹਲੂਣ ਕੇ ਰੱਖ ਦਿੱਤਾ। ਆਪਾਂ ਸਾਰੇ ਗੁਰੂ ਦੀ ਕੌਮ ਦੇ ਲਈ ਆਪਾਂ ਵਾਰਨਾ ਹੈ, ਘਰ ਘਰ ਦੇ ਵਿੱਚ ਗੁਰੂ ਦਾ ਸੰਦੇਸ਼, ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਵਿੱਚ ਲਿਜਾਣੀ ਹੈ। ਅੱਜ ਜੇ ਬੱਚਿਆਂ ਦੇ ਅੰਦਰੋਂ ਵੀ ਇਹ ਸਵਾਲ ਉੱਠ ਰਹੇ ਨੇ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ, ਆਓ ਖੁਦ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰੀਏ। ਪਰਿਵਾਰ ਦਾ ਕੋਈ ਵੀ ਮੈਂਬਰ ਵਾਂਝਾ ਨਾ ਰਹਿ ਜਾਵੇ, ਕੋਈ ਰਿਸ਼ਤੇਦਾਰ, ਸ਼ਰੀਕੇ ਵਿੱਚੋਂ, ਮਿੱਤਰਾਂ ਦੋਸਤਾਂ 'ਚੋਂ ਕੋਈ ਵੀ ਵਾਂਝਾ ਨਾ ਰਹਿ ਸਕੇ। ਇਸ ਲਹਿਰ ਨੂੰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 251 ਤੇ 52 ਅੱਖਰੀ ਨਾਮ ਦੀ ਬਾਣੀ ਚੱਲ ਰਹੀ ਹੈ। ਪੰਜਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਸ਼ੁਰੂ ਹੋ ਰਿਹਾ ਹੈ। ਸ਼ਲੋਕ ਅਨੇਕ ਭੇਖ ਅਰਗਿਆਨ ਧਿਆਨ, ਮਨ ਹਠ ਮਿਲਿਓ ਨਾ ਕੋਈ। ਗੁਰੂ ਪਾਤਸ਼ਾਹ ਦੇ ਹੁੰਦਿਆਂ ਧਰਮ ਦੇ ਮਾਡਲਸ ਕੀ ਸਨ? ਇੱਕ ਸੀ ਧਾਰਮਿਕ ਪਹਿਰਾਵਾ ਪਹਿਨਿਆ ਹੋਇਆ, ਵੱਖ-ਵੱਖ ਪਹਿਰਾਵੇ ਸਨ। ਫਿਰ ਉਹ ਗਿਆਨ ਚਰਚਾ ਕਰਦੇ ਸਨ ਵੀ ਇਹ ਗਿਆਨ ਚਰਚਾ ਕਰਦੇ ਆ, ਬੜਾ ਧਰਮੀ ਨੇ, ਇਹਨਾਂ ਨੂੰ ਧਰਮ ਬਾਰੇ ਬਹੁਤ ਪਤਾ ਹੈ। ਫਿਰ ਮਨ ਹੱਠ ਕਰਕੇ ਤਪੱਸਿਆ ਕਰਦੇ ਸਨ, ਕਠਨ ਤਪ ਕਰਦੇ ਸਨ। ਸਤਿਗੁਰੂ ਜੀ ਕਹਿੰਦੇ ਇਹ ਕੋਈ ਜ਼ਰੂਰੀ ਨਹੀਂ ਕਿ ਜੇ ਉਹ ਭੇਖ ਪਹਿਰਾਵਾ ਪਹਿਨਿਆ ਹੋਇਆ ਹੈ, ਜਾਂ ਉਹ ਗਿਆਨ ਚਰਚਾ ਕਰ ਰਹੇ ਨੇ, ਜਾਂ ਕਠਨ ਤਪੱਸਿਆ ਕਰ ਰਹੇ ਨੇ, ਤੇ ਇਹਨਾਂ ਨੂੰ ਪ੍ਰਭੂ ਮਿਲਾਪ ਹੋ ਗਿਆ। ਇਹ ਜ਼ਰੂਰੀ ਨਹੀਂ, ਕਿਉਂਕਿ ਜੋ ਧਰਮ ਦਾ ਅਸਲੀ ਸਿਧਾਂਤ ਹੈ ਉਹ ਹੈ ਕਹੋ ਨਾਨਕ ਕਿਰਪਾ ਪਹੀ, ਭਗਤ ਗਿਆਨੀ ਸੋਏ। ਨਾਨਕ ਜੀ ਕਹੋ, ਇੱਦਾਂ ਗੁਰੂ ਅਰਜਨ ਦੇਵ ਸਾਹਿਬ ਜੀ ਨਾਨਕ ਸ਼ਬਦ ਵਰਤ ਕੇ ਸਾਨੂੰ ਸਿਖਾ ਰਹੇ ਨੇ। ਇਹ ਧਰਮ ਦੇ ਮਾਰਗ ਦਾ ਮੇਨ ਸਿਧਾਂਤ ਇਹ ਹੈ ਕਿ ਜਦੋਂ ਰੱਬੀ ਗਿਆਨ ਨੂੰ, ਰੱਬੀ ਉਪਦੇਸ਼ ਰਾਹੀਂ ਆਪਣੇ ਸੋਚ ਤੇ ਸੁਭਾਅ ਨੂੰ ਪੜਚੋਲ ਕੇ ਇਹਨੂੰ ਸੰਵਾਰਿਆ ਸ਼ਿੰਗਾਰਿਆ ਜਾਂਦਾ ਹੈ। ਗੁਰਮਤਿ ਵਿੱਚ ਉਸ ਨੂੰ ਗੁਰਮੁਖ ਸੁਭਾਅ ਤੇ ਗੁਰਮਤਿ ਵਾਲੀ ਸੋਚ ਕਹਿੰਦੇ ਨੇ। ਜਦੋਂ ਇਹ ਜੀਵਨ ਮਿਲ ਜਾਵੇ ਤਾਂ ਇਹ ਬਖਸ਼ਿਸ਼ ਦਾ ਪਾਤਰ ਹੁੰਦਾ ਹੈ, ਤੇ ਉਹ ਜਦੋਂ ਰੱਬ ਦੀ ਬਖਸ਼ਿਸ਼ ਹੁੰਦੀ ਹੈ, ਕਿਰਪਾ ਭਈ, ਫਿਰ ਜੀਵਨ ਭਗਤ ਬਣ ਜਾਂਦਾ ਹੈ। ਇਹਦਾ ਜੀਵਨ ਜਿਉਣਾ ਹੀ ਭਗਤੀ ਬਣ ਜਾਂਦਾ ਹੈ, ਤੇ ਉਹਦੇ ਨਾਲ ਵਾਹਿਗੁਰੂ ਜੀ ਦੇ ਨਾਲ ਗੂੜੀ ਸਾਂਝ ਪੈਂਦੀ ਹੈ। ਸੱਚੇ ਗਿਆਨ ਦੇ ਨਾਲ ਗੂੜੀ ਸਾਂਝ ਪੈ ਜਾਂਦੀ ਹੈ, ਰੱਬ ਦੇ ਨਿਯਮਾਂ ਨਾਲ ਗੂੜੀ ਸਾਂਝ, ਰੱਬ ਦੇ ਗੁਣਾਂ ਨਾਲ ਗੂੜੀ ਸਾਂਝ। ਭਾਵ ਉਹ ਇਸ ਨੂੰ ਆਪਣੇ ਅੰਦਰ ਪ੍ਰੈਕਟੀਕਲ ਜੀਵਨ ਵਿੱਚ ਜਿਉਂਦੇ ਨੇ, ਤੇ ਉਹ ਧਰਮੀ ਨੇ। ਪੌੜੀ ਹੁਣੇ ਪੰਜਵੀਂ ਪੌੜੀ ਸ਼ੁਰੂ ਹੋ ਰਹੀ ਹੈ। ਗੰਗਾ ਗਿਆਨ ਨਹੀਂ ਮੁਖ ਬਾਤੋਂ। ਗੰਗਾ ਸ਼ਬਦ ਲੈ ਕੇ ਹੁਣ ਗਿਆਨ ਨੂੰ ਗਿਆਨ ਸ਼ਬਦ ਵਰਤਿਆ ਹੈ ਕਿ ਜੇ ਸੋਝੀ ਰਾਹੀਂ, ਗੁਰਉਪਦੇਸ਼ ਦੀ ਸੋਝੀ ਰਾਹੀਂ ਗੂੜੀ ਸਾਂਝ ਰੱਬ ਦੇ ਨਾਲ ਪਾਉਣੀ, ਇਕਮਿਕ ਹੋ ਕੇ ਜਿਉਣਾ, ਉਹਨੂੰ ਅਸਲੀ ਗਿਆਨ ਕਹਿੰਦੇ ਨੇ। ਜੇ ਉਹ ਨਹੀਂ, ਐਵੇਂ ਮੁੱਖ ਦੇ ਨਾਲ ਧਾਰਮਿਕ ਚਰਚਾ ਕਰ ਰਹੇ ਨੇ,
ਅਨੇਕ ਜੁਗਤ ਸ਼ਾਸਤਰ ਕਰ ਭੰਤ। ਫਿਰ ਵੱਖ-ਵੱਖ ਜੋ ਸ਼ਾਸਤਰ ਨੇ, ਧਾਰਮਿਕ ਗ੍ਰੰਥ ਨੇ, ਉਹਨਾਂ ਦੀ ਦੱਸੀ ਹੋਈ ਮਰਿਆਦਾ ਨੂੰ ਨਿਭਾ ਰਹੇ ਨੇ, ਧਰਮ ਦੇ ਕਰਮਾਂ ਨੂੰ ਨਿਭਾ ਰਹੇ ਨੇ। ਗਿਆਨੀ ਸੋਏ ਜਾ ਕੈ ਦ੍ਰਿੜ ਸੂ। ਪਰ ਅਸਲੀ ਗਿਆਨੀ ਕੌਣ ਹੈ? ਜਿਸ ਦੇ ਹਿਰਦੇ ਵਿੱਚ ਇਹ ਦ੍ਰਿੜ ਹੈ, ਪੂਰਾ ਵਿਸ਼ਵਾਸ ਹੈ ਕਿ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਨੇ। ਹਰ ਵਰਤਾਰੇ ਵਿੱਚ ਉਹ ਸੱਚਾ ਗਿਆਨ ਬਣ ਕੇ ਵਰਤੇ ਹੋਏ ਨੇ। ਹਰ ਵਰਤਾਰੇ ਵਿੱਚੋਂ ਹਰ ਵੇਲੇ ਸੱਚੇ ਗਿਆਨ ਤੋਂ ਸਿੱਖਿਆ ਲੈ ਕੇ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਉਹਦੇ ਨਿਯਮ ਨੂੰ ਫੋਲੋ ਕਰਕੇ ਜੀਵਨ ਜਿਉਣਾ ਹੈ। ਜਿਨ੍ਹਾਂ ਨੇ ਇਸ ਸਿਧਾਂਤ ਨੂੰ ਦ੍ਰਿੜ ਕਰ ਲਿਆ, ਭਾਵ ਜ਼ਿੰਦਗੀ ਦੀ ਇੱਕ ਆਦਤ ਬਣ ਗਈ, ਇੱਕ ਰੂਟੀਨ ਬਣ ਗਿਆ, ਤੇ ਉਹ ਅਸਲੀ ਗਿਆਨੀ ਨੇ। ਉਹਨਾਂ ਦੀ ਸਾਂਝ ਰੱਬ ਨਾਲ ਹੈ। ਕਹਿਤ ਸੁਨਤ ਕਛ ਜੋਗ ਨਾ ਹੋਊ। ਸਤਿਗੁਰੂ ਜੀ ਕਹਿੰਦੇ ਜਿਹੜਾ ਅੰਦਰੋਂ ਰੱਬ ਦੇ ਸੱਚੇ ਗਿਆਨ ਨਾਲ ਜੁੜਨਾ, ਭਾਵ ਸੱਚੇ ਗਿਆਨ ਅਨੁਸਾਰ ਜੀਵਨ ਜਿਉਣਾ, ਗੁਣਾਂ ਨਾਲ ਜੁੜਨਾ, ਭਾਵ ਗੁਣਾਂ ਨੂੰ ਪ੍ਰੈਕਟੀਕਲ ਜੀਵਨ ਵਿੱਚ ਜਿਉਣਾ, ਰੱਬ ਦੇ ਨਿਯਮਾਂ ਨੂੰ ਫੋਲੋ ਕਰਕੇ ਪ੍ਰੈਕਟੀਕਲ ਜਿਉਣਾ, ਇਹ ਕਹਿਣ ਸੁਣਨ ਦੇ ਨਾਲ ਕੁਛ ਨਹੀਂ ਹੋਏਗਾ ਜਿੰਨਾ ਚਿਰ ਪ੍ਰੈਕਟੀਕਲ ਨਹੀਂ ਜਿਉਏਗਾ। ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੈ। ਹੁਣ ਉਹ ਗਿਆਨੀ ਨਹੀਂ ਹੋ ਸਕਦਾ ਜੋ ਰੱਬ ਦੇ ਨਿਯਮ ਨੂੰ, ਰੱਬੀ ਉਪਦੇਸ਼ਾਂ ਨੂੰ ਫੋਲੋ ਨਹੀਂ ਕਰਦਾ। ਰੱਬੀ ਉਪਦੇਸ਼ਾਂ ਨੂੰ ਫੋਲੋ ਕਰਨ ਤੋਂ ਬਿਨਾਂ ਜੇ ਸੁਭਾਅ ਰੱਬੀ ਉਪਦੇਸ਼ ਦੇ ਉਲਟ ਹੈ, ਜੇ ਸੋਚ ਰੱਬੀ ਉਪਦੇਸ਼ਾਂ ਦੇ ਉਲਟ ਹੈ, ਤੇ ਉਹ ਜੀਵਨ ਗਿਆਨਵਾਨ ਨਹੀਂ ਹੈ, ਉਹਦੀ ਰੱਬ ਨਾਲ ਸਾਂਝ ਨਹੀਂ ਹੈ। ਤੇ ਉਹਦੀ ਅਸਲੀ ਜੁਗਤ ਕੀ ਹੈ, ਉਹ ਅਸਲੀ ਮਰਿਆਦਾ ਕੀ ਹੈ ਗਿਆਨੀ ਹੋਣ ਦੀ, ਭਾਵ ਗਿਆਨਵਾਨ ਹੋਣ ਦੀ? ਰੱਬ ਨਾਲ ਇਹਦੀ ਸਾਂਝ ਹੈ, ਇਹ ਰੱਬ ਨੂੰ ਸਮਰਪਿਤ ਹੋ ਕੇ ਜਿਉਂਦਾ। ਉਹਦੀ ਮਰਿਆਦਾ ਕੀ ਹੈ, ਨਿਯਮ ਕੀ ਹੈ, ਰਹਿਤ ਕੀ ਹੈ? ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ। ਉਹ ਉਸ ਉਪਦੇਸ਼ ਨੂੰ ਪ੍ਰੈਕਟੀਕਲ ਰੂਪ ਵਿੱਚ ਮੰਨਦਾ ਹੈ। ਤੇ ਹੁਣ ਆਪਾਂ ਸਾਰੇ ਆਪਣੇ ਆਪਣੇ ਤੇ ਲਾ ਕੇ ਦੇਖੀਏ। ਮੈਂ ਆਪਣੇ ਸੁਭਾਅ ਨੂੰ, ਸੋਚ ਨੂੰ ਦੇਖਾਂ, ਤੁਸੀਂ ਆਪਣੀ ਸੋਚ ਸੁਭਾਅ ਨੂੰ ਦੇਖੋ। ਕੀ ਮੇਰੇ ਅੰਦਰ ਨਿੰਦਾ ਸੁਣਨ ਦਾ, ਨਿੰਦਾ ਕਰਨ ਦਾ ਰਸ, ਸਵਾਦ ਬੈਠਾ ਹੈ? ਸਾਡੀ ਆਦਤ ਦਾ ਹਿੱਸਾ ਹੈ? ਫਿਰ ਅਸੀਂ ਇਹ ਦੇਖੀਏ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ, ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਫਿਰ ਪਤਾ ਲੱਗ ਜਾਏਗਾ ਸਾਡਾ ਜੀਵਨ, ਸਾਡੀ ਸੋਚ ਸੁਭਾਅ ਕਿੱਥੇ ਜੇ ਹੈ। ਦੂਸਰੀ ਬਾਤ, ਨਫ਼ਰਤ ਕਰਨੀ, ਤ੍ਰਿਸ਼ਨਾ ਦੇ ਵਿੱਚ, ਲੋਭ ਲਾਲਚ ਦੇ ਵਿੱਚ ਸਾਰਾ ਕੁਛ ਹੀ ਆਪਾਂ ਵਾਰ ਦੇਣਾ, ਹੰਕਾਰ, ਬਦਲਾ ਲਊ ਭਾਵਨਾ, ਧੜੇਬੰਦੀਆਂ, ਵੈਰ ਵਿਰੋਧ, ਇਹ ਸਾਡੇ ਸੁਭਾਅ ਦਾ, ਸਾਡੀ ਸੋਚ ਦਾ ਹਿੱਸਾ ਹੈ। ਅਸੀਂ ਇਸ ਤਰ੍ਹਾਂ ਜਿਉ ਰਹੇ ਹਾਂ। ਤੇ ਗੁਰੂ ਦਾ ਉਪਦੇਸ਼ ਕੀ ਹੈ? ਜੇ ਤਾਂ ਇਸ ਤਰ੍ਹਾਂ ਜਿਉ ਰਹੇ ਹਾਂ ਤਾਂ ਉਸ ਉਪਦੇਸ਼ ਦੇ ਉਲਟ ਹੈ। ਜੇ ਉਸ ਤੋਂ ਬਚੇ ਹੋਏ ਆ ਤੇ ਫਿਰ ਸਮਝ ਲਓ ਦ੍ਰਿੜ ਹੋ ਗਿਆ, ਉਸ ਤਰ੍ਹਾਂ ਜਿਉਣਾ ਬਣ ਗਿਆ। ਉਸਨ ਸੀਤ ਸਮਸਰ ਸਭ ਤਾਂ ਕੈ। ਉਸਨ ਸੀਤ, ਇਹਦੇ ਅੱਖਰੀ ਅਰਥ ਬਣਦੇ ਨੇ ਗਰਮੀ ਤੇ ਸਰਦੀ। ਉਂਝ ਕੁਝ ਮਾਹੌਲ ਐਸਾ ਹੈ, ਹਾਲਾਤ ਐਸੇ ਨੇ ਜਿਹੜੇ ਦੁੱਖ ਬਣ ਕੇ ਆਉਂਦੇ ਨੇ, ਕੁਝ ਸਿਚੁਏਸ਼ਨ ਐਸੀ ਹੁੰਦੀ ਹੈ ਜਿਹੜੀ ਸੁੱਖ ਬਣ ਕੇ ਆਉਂਦੀ ਹੈ। ਸੁੱਖਾਂ ਦੇ ਵਿੱਚ ਗੁਰੂ ਲਈ, ਕੌਮ ਲਈ, ਮਨੁੱਖਤਾ ਲਈ ਕੀ ਕਰ ਰਹੇ ਆ, ਦੁੱਖਾਂ ਦੇ ਵਿੱਚ ਕੀ ਕਰ ਰਹੇ ਆ। ਕਿਤੇ ਇਹ ਤਾਂ ਨਹੀਂ ਸੁੱਖਾਂ ਦੇ ਵਿੱਚ ਵੀ ਉਲਝ ਰਹੇ ਆ ਤੇ ਦੁੱਖਾਂ ਦੇ ਵਿੱਚ ਵੀ ਉਲਝ ਰਹੇ ਆ। ਗੁਰੂ ਲਈ, ਰੱਬ ਲਈ, ਰੱਬੀ ਗਿਆਨ ਨੂੰ ਸਮਝਣਾ, ਰੱਬੀ ਗਿਆਨ ਨੂੰ ਜ਼ਿੰਦਗੀ 'ਚ ਜਿਉਣਾ, ਰੱਬ ਦੇ ਗੁਣਾਂ ਨੂੰ ਸਮਝਣਾ, ਗੁਣਾਂ ਨੂੰ ਫੋਕਸ ਕਰਨਾ, ਗੁਣਾਂ ਦੀ ਡਿਸਕਸ਼ਨ ਕਰਨੀ, ਗੁਣਾਂ ਨੂੰ ਜ਼ਿੰਦਗੀ ਜਿਉਣਾ। ਤੇ ਇਹ ਤਾਂ ਨਹੀਂ ਸੁੱਖਾਂ ਵਿੱਚ ਵੀ ਇਹ ਚੀਜ਼ਾਂ ਗਵਾਚ ਰਹੀਆਂ ਨੇ ਤੇ ਦੁੱਖਾਂ ਵਿੱਚ ਉਲਝ ਕੇ ਵੀ ਗਵਾਚ ਰਹੀਆਂ ਨੇ। ਸਤਿਗੁਰੂ ਕਹਿੰਦੇ ਧਰਮੀ ਦੀ
ਜੀਵਨ ਮਰਿਆਦਾ ਕੀ ਹੈ ਕਿ ਉਹ ਦੁੱਖ ਸੁੱਖ ਨੂੰ ਬਰਾਬਰ ਸਮਝਦਾ ਹੈ। ਬਰਾਬਰ ਦੇ ਅਰਥ ਇਹ ਹੈ ਕਿ ਦੁੱਖ ਜ਼ਿੰਦਗੀ ਵਿੱਚ ਦੁੱਖ ਵੀ ਰੱਬ ਦੇ ਨੇੜੇ ਕਰ ਦਿੰਦੇ ਨੇ, ਰਜ਼ਾ 'ਚ ਜਿਉਣਾ ਸਿਖਾਉਂਦੇ ਨੇ, ਸੁੱਖ ਵੀ ਰੱਬ ਦੇ ਨੇੜੇ ਕਰਦੇ ਨੇ, ਸੋ ਸ਼ੁਕਰਾਨੇ ਵਿੱਚ ਜਿਉਣਾ ਸਿਖਾਉਂਦੇ ਨੇ। ਆਖੋ ਵਾਹਿਗੁਰੂ। ਗੁਰੂ ਕੇ ਪਿਆਰਿਆਂ ਤੇ ਸੁੱਖ ਆਉਂਦਾ ਹੈ, ਉਹ ਸ਼ੁਕਰਾਨੇ ਵਿੱਚ ਜਿਉਂਦੇ ਨੇ, ਸ਼ੁਕਰਾਨੇ ਦੇ ਰਸ ਵਿੱਚ। ਦੁੱਖ ਆਉਂਦਾ ਹੈ, ਇਸ ਨੂੰ ਪ੍ਰੀਖਿਆ ਸਮਝ ਕੇ ਉਹ ਗੁਰੂ ਦੀ ਰਜ਼ਾ ਵਿੱਚ, ਰੱਬ ਦੀ ਰਜ਼ਾ ਵਿੱਚ ਜਿਉਂਦੇ ਨੇ। ਆਖੋ ਵਾਹਿਗੁਰੂ। ਇਹ ਸਿੱਖਦੇ ਕਿਵੇਂ ਨੇ, ਕਿੱਥੋਂ ਸਿੱਖਦੇ ਨੇ? ਗਿਆਨੀ ਤਤ ਗੁਰਮੁਖ ਵਿਚਾਰੀ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਅਸਲੀਅਤ ਤੱਤ ਦੀ ਵਿਚਾਰ ਸਮਝ ਲੈਂਦੇ ਨੇ। ਅਸਲੀਅਤ ਕੀ ਹੈ? ਸੁੱਖ ਦੀ ਅਸਲੀਅਤ ਕੀ ਹੈ? ਦੁੱਖ ਦੀ ਅਸਲੀਅਤ ਕੀ ਹੈ? ਜਿਸ ਨੂੰ ਅਸਲੀਅਤ ਨਹੀਂ ਪਤਾ, ਉਹ ਦੁੱਖ ਵਿੱਚ ਘਬਰਾ ਜਾਂਦਾ। ਉਹਨੂੰ ਲੱਗਦਾ ਪਤਾ ਨਹੀਂ ਸਾਰੀ ਜ਼ਿੰਦਗੀ ਮੇਰਾ ਦੁੱਖ ਇਦਾਂ ਹੀ ਚੱਲਣਾ ਹੈ, ਪਤਾ ਨਹੀਂ ਕੀ ਪਹਾੜ ਆ ਡਿੱਗਣਾ। ਕੁਛ ਨਹੀਂ, ਦੁੱਖ ਜਿੱਡਾ ਵੱਡਾ ਮਰਜ਼ੀ ਆਵੇ, ਆਉਂਦਾ ਹੈ, ਥੋੜਾ ਬਹੁਤ ਸਤਾਉਂਦਾ ਹੈ, ਚਲਿਆ ਜਾਂਦਾ ਹੈ। ਬਹੁਤ ਕੁਛ ਸਪਸ਼ਟ ਕਰ ਦਿੰਦਾ ਹੈ। ਆਪਣੇ ਕੌਣ ਨੇ, ਬੇਗਾਨੇ ਕੌਣ ਨੇ, ਕੌਣ ਅੰਦਰੋਂ ਸਾਡੇ ਨਾਲ ਖੜਾ ਹੈ, ਕੌਣ ਉੱਪਰੋਂ ਖੜਾ ਹੈ, ਕੌਣ ਕੱਚਾ ਹੈ, ਕੌਣ ਪੱਕਾ ਹੈ, ਬਹੁਤ ਕੁਛ ਪਤਾ ਲੱਗ ਜਾਂਦਾ ਹੈ। ਫਿਰ ਖੁਦ ਆਪਣਾ ਪਤਾ ਲੱਗਦਾ ਹੈ ਕਿ ਗੁਰੂ ਦੇ ਮਾਰਗ ਤੇ ਤੁਰਨ ਦਾ ਜਜ਼ਬਾ ਕਿੰਨਾ ਕੁ ਹੈ, ਸਿਦਕ ਕਿੰਨਾ ਕੁ ਹੈ, ਵਿਸ਼ਵਾਸ ਕਿੰਨਾ ਕੁ ਹੈ। ਇਹਦੇ ਵਿੱਚੋਂ ਦੀ ਨਿਕਲ ਕੇ ਮੰਜ਼ਿਲ ਵੱਲ ਵੱਧਦਾ ਜਾਂ ਡੋਲ ਕੇ ਆਪਣੀ ਦਿਸ਼ਾ ਬਦਲ ਲੈਂਦਾ। ਅਸਲੀਅਤ ਸਮਝ ਆ ਜਾਂਦੀ ਹੈ। ਗੁਰੂ ਦੇ ਉਪਦੇਸ਼ ਜ਼ਿੰਦਗੀ ਵਿੱਚ ਜਿਉਂ ਕੇ। ਆਖੋ ਵਾਹਿਗੁਰੂ। ਨਾਨਕ ਜਾ ਕੋ ਕਿਰਪਾ ਧਾਰੀ, ਹੈ ਨਾਨਕ ਜੀ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਇਹ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨਾਲ ਅਸਲੀਅਤ ਦੀ ਸਮਝ ਆ ਜਾਂਦੀ ਹੈ। ਉਹਨਾਂ ਨੂੰ ਫਿਰ ਧਾਰਮਿਕ ਪਹਿਰਾਵਾ ਨਹੀਂ, ਧਰਮ ਦੇ ਕਰਮ ਨਹੀਂ, ਧਰਮ ਦੀ ਜੀਵਨ ਜੁਗਤ ਆ ਜਾਂਦੀ ਹੈ। ਆਖੋ ਵਾਹਿਗੁਰੂ। ਸ਼ਲੋਕ ਅੱਗੇ 6ਵੀਂ ਪੌੜੀ ਹੈ, ਉਹਦੇ ਨਾਲ ਇਹ ਸ਼ਲੋਕ ਹੈ। ਆਵਨ ਆਏ ਸ੍ਰਿਸ਼ਟ ਮਹਿ, ਬਿਨ ਬੂਝੇ ਪਛ ਢੋਰ। ਜਿਹੜੇ ਲੋਕ ਇਸ ਸ੍ਰਿਸ਼ਟੀ ਵਿੱਚ ਇਨਸਾਨ ਦਾ ਜਨਮ ਲੈ ਕੇ ਆਏ, ਮਨੁੱਖ ਦੇ ਜਨਮ ਵਿੱਚ ਇਸ ਸੰਸਾਰ ਵਿੱਚ ਆਏ, ਪਰ ਉਹਨਾਂ ਮਨੁੱਖਤਾ ਨੂੰ, ਇਨਸਾਨੀਅਤ ਨੂੰ ਬੁੱਝਿਆ ਨਹੀਂ, ਸਮਝਿਆ ਨਹੀਂ। ਫਿਰ ਅਸੀਂ ਜਦੋਂ ਸੋਝੀ ਆਈ, ਅਸੀਂ ਸਿੱਖ ਪਰਿਵਾਰ ਵਿੱਚੋਂ ਹਾਂ, ਅਸੀਂ ਗੁਰੂ ਦੇ ਸਿੱਖ ਹਾਂ, ਪਰ ਸਿੱਖੀ ਦੀ, ਗੁਰਮਤ ਦੀ, ਗੁਰੂ ਵਿਰਸੇ ਦੀ ਸੋਝੀ ਨਾ ਆਈ। ਸੋਝੀ ਨਾ ਆਉਣ ਕਰਕੇ ਜਿਹੜਾ ਮਨ ਹੈ ਨਾ, ਇਹ ਪਸ਼ੂ ਬਣ ਗਿਆ। ਆਖੋ ਵਾਹਿਗੁਰੂ। ਬਿਨ ਬੂਝੇ ਪਛ ਢੋਰ, ਇਹ ਮੂਰਖ ਮਨ, ਅਗਿਆਨੀ, ਗਿਆਨ ਤੋਂ ਸਖੜਾ, ਨਾ ਸਮਝ ਮਨ ਪਸ਼ੂ ਬਣ ਗਿਆ। ਹੁਣ ਸਰੀਰ ਮਨੁੱਖ ਦਾ ਤੇ ਮਨ ਪਸ਼ੂ, ਇਸ ਤਰ੍ਹਾਂ ਇਹਦਾ ਜੀਵਨ ਪਸ਼ੂ ਪ੍ਰਵਿਰਤੀਆਂ, ਵੈਰ ਵਿਰੋਧ, ਲੜਾਈ ਝਗੜੇ ਬਿਨਾਂ ਗੱਲ ਤੋਂ, ਇਹ ਪਸ਼ੂਆਂ ਦੀ ਦੁਨੀਆ ਹੈ। ਆਖੋ ਵਾਹਿਗੁਰੂ। ਵੈਰ ਵਿਰੋਧ ਧੜੇ ਬੰਦੀਆਂ ਵਿੱਚ ਜਿਉਣ ਵਾਲਾ ਮਨੁੱਖ ਦਾ ਸਰੀਰ ਭਾਵੇਂ ਮਨੁੱਖ ਦਾ ਹੈ, ਉਹਦਾ ਮਨ ਪਸ਼ੂ ਦੀ ਜੁਨੀ ਭੋਗ ਰਿਹਾ। ਆਖੋ ਨਾਨਕ ਗੁਰਮੁਖ ਸੋ ਬੁਝੈ, ਜਾ ਕੈ ਭਾਗ ਮਥੋਰ। ਹੈ ਨਾਨਕ ਜੀ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਰਾਹੀਂ ਸੋਚ ਸੁਭਾਅ ਨੂੰ ਸਵਾਰ ਸ਼ਿੰਗਾਰ ਕੇ, ਪ੍ਰੈਕਟੀਕਲ ਗੁਰੂ ਦੇ ਉਪਦੇਸ਼ਾਂ ਅਨੁਸਾਰ ਜਿਉਂ ਕੇ ਉਹ ਜੀਵਨ ਦੇ ਅਸਲੀ ਮਾਰਗ ਨੂੰ ਬੁੱਝ ਜਾਂਦੇ ਨੇ, ਸਮਝਦੇ ਨੇ। ਕੌਣ? ਜਾ ਕੇ ਭਾਗ ਮਥੋਰ, ਜਿਨ੍ਹਾਂ ਦੇ ਮਸਤਕ ਤੇ, ਮਸਤਕ ਮਥੋਰ ਮੱਥਾ ਸਿਧਾਂਤਕ ਸ਼ਬਦ ਹੈ, ਭਾਵ ਆਈਡੀਓਲੋਜੀ, ਥਿੰਕਿੰਗ, ਜਿਨ੍ਹਾਂ ਦੀ ਸੋਚ ਦੇ ਵਿੱਚ ਗੁਰੂ ਦੀ ਸੋਚ ਇੰਸਟਾਲ ਹੁੰਦੀ ਹੈ, ਮੱਥੇ ਦੇ ਭਾਗ, ਜਿਨ੍ਹਾਂ ਦੀ ਆਈਡੀਓਲੋਜੀ ਦੇ ਵਿੱਚ ਗੁਰੂ ਦਾ ਨਜ਼ਰੀਆ, ਗੁਰੂ ਸਾਹਿਬ ਜੀ ਦਾ ਪ੍ਰਸਪੈਕਟਿਵ, ਗੁਰੂ ਸਾਹਿਬ ਜੀ ਕਿਸ ਚੀਜ਼ ਨੂੰ ਕਿਸ ਪੁਆਇੰਟ ਆਫ ਵਿਊ ਨਾਲ ਦੇਖਦੇ ਨੇ,
ਜਦੋਂ ਉਹ ਮਸਤਕ ਵਿੱਚ ਆ ਜਾਂਦੀ ਨਾ, ਇਹ ਮੱਥੇ ਦੇ ਭਾਗ ਨੇ। ਆਖੋ ਵਾਹਿਗੁਰੂ। ਦੇਖੋ, ਇਸ ਨੂੰ ਸਮਝਿਓ। ਕੋਈ ਵਿਅਕਤੀ ਡੇਲੀ ਡਰਿੰਕਰ ਹੈ, ਨਸ਼ਾ ਕਰਦਾ ਹੈ, ਉੱਥੇ ਬੈਠ ਕੇ ਜਦੋਂ ਨਸ਼ਾ ਕਰਦਾ ਹੈ, ਉਦੋਂ ਵੀ ਉਹਦੀਆਂ ਸੋਚਾਂ ਵਿੱਚ ਖਿਲਾਰਾ ਪਿਆ ਹੁੰਦਾ ਹੈ। ਕੁਸੰਗ ਦਾ ਖਿਲਾਰਾ ਅੰਦਰ ਪਿਆ ਹੁੰਦਾ ਹੈ, ਕਿਉਂਕਿ ਅੰਦਰ ਕੁਸੰਗੀ ਸੰਸਕਾਰ ਬੈਠੇ ਹੁੰਦੇ ਨੇ। ਉਹਨਾਂ ਸੰਸਕਾਰਾਂ ਦੇ ਵਿੱਚੋਂ, ਅੰਦਰਲੇ ਖਿਲਾਰੇ ਵਿੱਚੋਂ ਉਹ ਨਸ਼ਾ ਕਰਦਾ ਹੈ। ਨਸ਼ਾ ਕਰਕੇ ਆਪਣੇ ਅੰਦਰ ਹੋਰ ਖਿਲਾਰਾ ਪਾ ਕੇ ਘਰੇ ਆਉਂਦਾ ਤੇ ਘਰੇ ਖਿਲਾਰਾ ਪਾ ਦਿੰਦਾ। ਜਦੋਂ ਕਿਸੇ ਦੇ ਕਹੇ ਹੋਏ ਬੋਲ, ਕੋਈ ਗਿਆਨ ਦਾ ਤੀਰ ਉਹਦੀ ਮੱਤ ਨੂੰ, ਉਹਦੇ ਹਿਰਦੇ ਨੂੰ ਬਿੰਨ ਕੇ ਰੱਖ ਦਿੰਦਾ ਹੈ, ਤਾਂ ਉਹਦੇ ਅੰਦਰ ਸੋਚ ਪਤਾ ਕੀ ਬਣਦੀ ਹੈ? ਮਨਾ, ਇਹ ਨਸ਼ਾ ਛੱਡ ਦੇਣਾ ਚਾਹੀਦਾ। ਉਹ ਜਿਸ ਸੈਕਿੰਡ, ਜਿਸ ਸਮੇਂ ਤੇ, ਜਿਸ ਪਲ ਉਹ ਸੋਚ ਬਣੀ ਸੀ ਨਸ਼ਾ ਛੱਡ ਦੇਣਾ ਚਾਹੀਦਾ ਹੈ, ਉਹ ਮਸਤਕ ਦਾ ਭਾਗ ਆ ਗਿਆ, ਮੱਥੇ ਦਾ ਭਾਗ ਬਣ ਗਿਆ। ਇਸ ਨੂੰ ਕਿਸਮਤ ਕਹਿੰਦੇ ਨੇ। ਮੱਤ ਕਿਸ ਪਾਸੇ ਆ ਗਈ ਹੈ। ਇਸੇ ਤਰ੍ਹਾਂ ਗੁਰਬਾਣੀ ਨੂੰ ਸਮਝਣਾ, ਜਿੰਨੇ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਹੋ, ਯਾਦ ਕਰਕੇ ਦੇਖੋ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀ ਸੀ। ਚਾਹੇ ਉਹ ਕਿਸੇ ਫੇਸਬੁੱਕ ਦੀ ਪੋਸਟ ਤੋਂ, ਜਾਂ ਵਟਸਐਪ ਦੇ ਮੈਸੇਜ ਤੋਂ, ਜਾਂ ਤੁਹਾਨੂੰ ਕਿਸੇ ਨੇ ਕਾਲ ਕਰਕੇ ਦੱਸਿਆ, ਜਾਂ ਤੁਹਾਨੂੰ ਕੋਈ ਪੋਸਟਰ ਮਿਲਿਆ, ਕੋਈ ਪੋਸਟਰ ਪੜ੍ਹਿਆ, ਜਾਂ ਤੁਹਾਨੂੰ ਕਿਸੇ ਨੇ ਮਿਲ ਕੇ ਕਿਹਾ ਸਹਿਜ ਪਾਠ ਕਰਿਆ ਕਰੋ, ਤਾਂ ਤੁਹਾਡੇ ਮਨ ਵਿੱਚ ਵੀ ਜਿਸ ਵੇਲੇ ਖਿਆਲ ਆ ਗਿਆ ਸੀ ਨਾ ਵੀ ਸਹਿਜ ਪਾਠ ਕਰਨਾ ਚਾਹੀਦਾ ਹੈ, ਤਾਂ ਬੜਾ ਸੌਖਾ ਹੈ, ਕਰਨਾ ਚਾਹੀਦਾ ਹੈ। ਉਹ ਜਿਸ ਵੇਲੇ ਕਰਨਾ ਚਾਹੀਦਾ ਅੰਦਰ ਸੋਚ ਆ ਗਈ ਨਾ, ਇਹ ਮੱਥੇ ਦੇ ਭਾਗ ਬਣ ਗਏ। ਆਖੋ, ਜਿਉਂ-ਜਿਉਂ ਗੁਰੂ ਦੇ ਉਪਦੇਸ਼ਾਂ ਨੂੰ ਸਮਝਾਂਗੇ, ਜ਼ਿੰਦਗੀ ਦੀਆਂ ਰਮਜ਼ਾਂ ਸਮਝਾਉਣਗੀਆਂ, ਜ਼ਿੰਦਗੀ ਜਿਉਣ ਵਾਸਤੇ ਅੰਦਰ ਸੋਚ ਬਣੇਗੀ, ਜਿਨ੍ਹਾਂ ਦੇ ਅੰਦਰ ਇਹ ਮਸਤਕ ਦੇ ਭਾਗ ਬਣਦੇ ਨੇ, ਉਹ ਰੱਬ ਦੇ ਮਾਰਗ ਤੇ ਤੁਰ ਪੈਂਦੇ ਨੇ। ਆਖੋ ਵਾਹਿਗੁਰੂ। ਪੌੜੀ ਸ਼ਲੋਕ ਦੇ ਨਾਲ ਪੌੜੀ ਹੈ, ਜਾਂ ਜੁਗ ਮਹਿ ਏਕੈ ਕੋ ਆਇਆ। ਜਿਸ ਨੂੰ ਇਹ ਸਮਝ ਲੱਗ ਗਈ, ਇਸ ਜਗ ਦੇ ਵਿੱਚ ਆਉਣ ਦਾ ਮਕਸਦ ਹੈ ਰੱਬੀ ਗਿਆਨ ਅਨੁਸਾਰ, ਰੱਬ ਦੇ ਗੁਣਾਂ ਅਨੁਸਾਰ, ਰੱਬ ਦੇ ਨਿਯਮਾਂ ਵਿੱਚ ਰਹਿ ਕੇ ਜੀਵਨ ਜਿਉਣਾ, ਉਸ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਪਾਤਰ ਬਣ। ਜਿਨ੍ਹਾਂ ਨੂੰ ਇਹ ਸਮਝ ਆ ਗਈ, ਇਹ ਕਹਿ ਕੋ ਆਇਆ, ਉਸ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਲਈ, ਉਸ ਵਾਹਿਗੁਰੂ ਜੀ ਤੋਂ ਗੁਣਾਂ ਦਾ, ਸੱਚੇ ਗਿਆਨ ਦਾ ਵਪਾਰ ਕਰਨ ਵਾਸਤੇ ਆਏ ਹਾਂ। ਜਨਮਤ ਮੋਹਿਓ ਮੋਹਨੀ ਮਾਇਆ। ਫਿਰ ਸਮਝ ਪਈ, ਜਦੋਂ ਇਹ ਸੰਸਾਰ ਵਿੱਚ ਆਇਆ ਸੀ, ਜਾਂ ਜੁਗ ਮਹਿ ਏਕੈ ਕੋ ਆਇਆ, ਆਇਆ ਤਾਂ ਰੱਬ ਦੀ ਬਖਸ਼ਿਸ਼ ਵਾਲਾ ਜੀਵਨ ਜਿਉਣ ਸੀ, ਪਰ ਜਨਮ ਲੈਂਦਿਆਂ ਹੀ ਮੋਹਨੀ ਮਾਇਆ, ਪਰਿਵਾਰ, ਪੁੱਤਰ, ਮਾਤਾ ਪਿਤਾ, ਪਰਿਵਾਰ, ਭੈਣ ਭਰਾ, ਭਰਜਾਈ, ਉਹਨਾਂ ਦੀ ਸੋਝੀ ਆਈ, ਸਮਾਜ, ਮਿੱਤਰ, ਜਿਉਂ-ਜਿਉਂ ਸੋਝੀ ਆਉਂਦੀ ਰਹੀ, ਜਿਉਂ-ਜਿਉਂ ਇਹਦੇ ਅੰਦਰ ਇੱਕ ਮਮਤਾ ਦੀ ਖਿੱਚ ਪੈਦਾ ਹੁੰਦੀ ਗਈ। ਆਖੋ ਵਾਹਿਗੁਰੂ। ਇੱਕ ਛੋਟਾ ਜਿਹਾ ਨੁਕਤਾ ਸਮਝੋ, ਮਾਤਾ ਦੀ ਗੋਦੀ 'ਚ ਦੁੱਧ ਚੁੰਘਦਾ ਸੀ ਤਾਂ ਇਹਨੂੰ ਗੋਦੀ ਹੀ ਚੰਗੀ ਲੱਗਦੀ ਸੀ। ਨਾ ਇਹ ਬੈਠਣਾ ਸਿੱਖਿਆ ਸੀ, ਨਾ ਤੁਰਨਾ ਸਿੱਖਿਆ ਸੀ, ਨਾ ਰਿੜਨਾ ਸਿੱਖਿਆ ਸੀ, ਗੋਦੀ ਚੰਗੀ ਲੱਗਦੀ ਸੀ। ਜਿਉਂ ਹੀ ਮਾਪੇ ਖੁਸ਼ ਹੁੰਦੇ ਨੇ, ਆਪਾਂ ਸਾਰੇ ਖੁਸ਼ ਹੁੰਦੇ ਹਾਂ, ਕਿਉਂਕਿ ਮੋਹ ਮਮਤਾ ਹੈ, ਵੀ ਬੈਠਣ ਲੱਗ ਪਿਆ, ਹੁਣ ਇਹ ਰਿੜਨ ਲੱਗੂਗਾ, ਰਿੜਨ ਲੱਗ ਪਿਆ। ਰਿੜਨ ਦੇ ਅਰਥ ਹੈ ਗੋਦੀ 'ਚੋਂ ਬਾਹਰ ਨਿਕਲ ਗਿਆ। ਆਖੋ ਵਾਹਿਗੁਰੂ। ਬਸ ਫਿਰ ਹੁਣ ਐਸਾ ਨਿਕਲਿਆ, ਐਸਾ ਨਿਕਲਿਆ, ਆਹ ਚੰਗਾ ਲੱਗ ਰਿਹਾ, ਆਹ ਚੰਗਾ ਲੱਗ ਰਿਹਾ, ਆਹ ਚੰਗਾ ਲੱਗ ਰਿਹਾ। ਉਹ ਮੋਹਨੀ ਮਾਇਆ, ਇਹਦੀ ਖਿੱਚ ਵੱਧਦੀ ਤੁਰੀ ਗਈ, ਵੱਧਦੀ ਤੁਰੀ ਗਈ। ਇਸ ਮਨ ਨੇ ਇੱਕ ਨਵਾਂ ਮਨ ਦਾ ਗਰਭ ਸ਼ੁਰੂ ਹੋ ਗਿਆ, ਅਗਿਆਨਤਾ ਦਾ, ਖਿੱਚ ਦਾ। ਉਹ ਸਰੀਰ ਦੇ ਲਈ ਗਰਭ ਸੀ, ਮਾਤਾ ਦਾ ਪੇਟ ਸਰੀਰ ਦੇ ਲਈ ਗਰਭ ਸੀ, ਉੱਤੇ ਸਰੀਰਕ ਤੌਰ ਤੇ ਉਲਟਾ ਲਟਕਦਾ ਸੀ। ਇੱਕ ਮਨੌਤ ਸੀ, ਇਹ ਰੱਬ ਦਾ ਸਿਮਰਨ ਕਰਦਾ ਹੈ, ਜਦ ਕਿ ਇਹ ਚੀਜ਼ ਅੱਜ ਪ੍ਰੂਵ ਹੋ ਚੁੱਕੀ ਹੈ ਕਿ ਮਾਤਾ ਦੇ ਗਰਭ ਵਿੱਚ
ਜਿਹੜੀ ਮੈਮਰੀ ਪਾਵਰ ਹੈ, ਯਾਦਾਸ਼ਤ ਹੈ, ਇਹ ਇਨ ਵਰਕਿੰਗ ਪ੍ਰੋਸੈਸ ਵਿੱਚ ਨਹੀਂ ਹੁੰਦੀ। ਉੱਥੇ ਇੱਕ ਕਨਸੈਂਟਰੇਸ਼ਨ ਹੁੰਦੀ ਹੈ, ਸੁੰਨ ਹੁੰਦਾ ਹੈ, ਕੁਝ ਵੀ ਯਾਦ ਨਹੀਂ ਹੁੰਦਾ। ਜਦੋਂ ਇਹ ਬਾਹਰ ਆਉਂਦਾ ਹੈ, ਇਹਦੇ ਕੰਨਾਂ 'ਚ ਬੋਲ ਪੈਂਦੇ ਨੇ, ਇੰਸਟਾਲ ਹੁੰਦੇ ਨੇ, ਫਿਰ ਇਹ ਦੇਖਦਾ ਹੈ, ਸੀਨ ਇਹਦੇ ਅੰਦਰ ਪੈਦਾ ਹੁੰਦੇ ਨੇ, ਫਿਰ ਉਹਦੀ ਮੱਤ ਦਾ ਜਿਹੜਾ ਹੈ ਨਾ, ਉਹ ਵਾਹਿਗੁਰੂ ਮੈਮਰੀ ਪਾਵਰ ਦਾ, ਯਾਦਾਸ਼ਤ ਦਾ, ਜਿਹਨੂੰ ਚਿੱਤ ਕਹਿੰਦੇ ਆ, ਚੇਤਾ ਸ਼ਕਤੀ, ਉਹਦੇ 'ਚ ਫਿਰ ਵਰਕਿੰਗ ਪ੍ਰੋਸੈਸ ਸ਼ੁਰੂ ਹੁੰਦਾ ਹੈ। ਜੋ ਕੁਛ ਇੰਸਟਾਲ ਹੁੰਦਾ ਉਹ ਕੁਛ ਯਾਦ ਹੋਈ ਜਾਂਦਾ ਰਹਿੰਦਾ। ਪਰ ਇਹ ਮਨੌਤ ਹੈ ਕਿ ਇਹਦੇ ਅੰਦਰ ਰੱਬ ਦੀ ਯਾਦ ਹੁੰਦੀ ਸੀ। ਪਰ ਐਕਚੁਅਲੀ ਕੀ ਹੈ, ਉਹ ਸਰੀਰ ਦਾ ਗਰਭ ਸੀ, ਉੱਥੇ ਸਰੀਰ ਤਿਆਰ ਹੋਇਆ ਸੀ। ਹੁਣ ਆ ਜਿਹੜੀ ਇਹਦੇ ਅੰਦਰ ਖਿੱਚ ਪੈਦਾ ਹੋ ਗਈ ਨਾ, ਹੁਣ ਇਹਦੇ ਅੰਦਰ ਮਨ ਦੇ ਅੰਦਰ ਇਹਦੀਆਂ ਸੋਚਾਂ ਤੇ ਸੁਭਾਅ ਦਾ ਇੱਕ ਮਹਿਲ ਤਿਆਰ ਹੋ ਰਿਹਾ ਹੈ, ਇੱਕ ਨਵਾਂ ਜੀਵਨ ਤਿਆਰ ਹੋ ਰਿਹਾ, ਸੁਭਾਅ ਤੇ ਸੋਚ ਵਾਲਾ। ਮਾਤਾ ਦੀ ਗੋਦੀ 'ਚ ਦੁੱਧ ਚੁੰਗਦਿਆਂ ਸੁਭਾਅ ਤੇ ਸੋਚ ਵਾਲਾ ਨਹੀਂ ਸੀ, ਪਿਆ ਰਹਿੰਦਾ ਸੀ। ਹੌਲੀ ਹੌਲੀ ਇਹ ਲੱਤਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਉਹ ਜਿਹੜਾ ਮਨ ਨੇ ਇੱਕ ਖਿੱਚ ਰੂਪੀ ਗਰਭ ਦੇ ਵਿੱਚ ਵਾਸ ਕੀਤਾ, ਉਹਦੇ 'ਚੋਂ ਉਰਧ ਤਪ ਕਰਤੇ ਇਹ ਪੁੱਠੇ ਪਾਸੇ ਨੂੰ ਚੱਲ ਪਿਆ। ਸਾਸ ਸਾਸ ਸਿਮਰਤ ਪ੍ਰਭ ਰਹਤੇ, ਉਹ ਜਿਹੜੀ ਮਨੌਤ ਸੀ ਕਿ ਉੱਥੇ ਸਵਾਸ ਸਵਾਸ ਸਿਮਰਨ ਕਰਦਾ ਸੀ, ਉਹ ਜਿਹੜੀ ਅਵਸਥਾ ਇਹਨੇ ਜੀਵਨ ਜਿਉਂਦਿਆਂ ਵੀ ਹਰ ਵੇਲੇ ਹਰ ਪਲ ਰੱਬ ਦੀ ਯਾਦ ਵਿੱਚ ਜਿਉਣਾ ਹੈ, ਉਹ ਪਾਸਾ ਇੱਕ ਪਾਸੇ ਰਹਿ ਗਿਆ, ਉਤੋਂ ਦੂਜੇ ਪਾਸੇ ਨੂੰ ਤੁਰ ਪਿਆ। ਰੱਬ ਦੀ ਯਾਦ ਨਹੀਂ, ਦਾਤੇ ਦੀ ਯਾਦ, ਮਾਂ ਦੀ ਯਾਦ ਹੈ, ਜਿਸ ਰੱਬ ਨੇ ਮਾਂ ਦਿੱਤੀ ਉਹ ਰੱਬ ਦੀ ਯਾਦ ਨਹੀਂ। ਪਿਤਾ ਦੀਆਂ ਯਾਦਾਂ ਨੇ, ਜਿਸ ਰੱਬ ਨੇ ਪਿਤਾ ਦਿੱਤਾ ਰੱਬ ਦੀਆਂ ਯਾਦਾਂ ਨਹੀਂ। ਦਾਤੇ ਦੀਆਂ ਯਾਦ, ਦਾਤੇ ਦੀ ਯਾਦ ਨਹੀਂ, ਦਾਤਾਂ ਯਾਦ ਆਉਂਦੀਆਂ ਨੇ, ਉਸ ਪਾਸੇ ਨੂੰ ਮਨ ਤੁਰ ਪਿਆ। ਪੁਰਜ ਪਰੇ ਜੋ ਛੋੜ ਛਡਾਨਾ, ਉਲਝ ਗਿਆ ਇਸ ਵਿੱਚ। ਜਿਸ ਨੂੰ ਪ੍ਰਾਪਤੀ ਮੰਨ ਰਿਹਾ ਉਹਨੇ ਤੇਰਾ ਸਾਥ ਨਹੀਂ ਦੇਣਾ, ਕ੍ਰਿਟੀਕਲ ਹਾਲਾਤਾਂ ਵਿੱਚ, ਹਰ ਹਾਲਾਤ ਵਿੱਚ ਸਾਥ ਨਹੀਂ ਦੇਣਾ, ਇਹਨੇ ਸਾਥ ਛੱਡ ਜਾਣਾ। ਆਖੋ ਵਾਹਿਗੁਰੂ। ਸੋਚ ਕੇ ਦੇਖੋ, ਜਿਹਦੇ ਘਰ ਵਿੱਚ ਪਤੀ ਪਤਨੀ ਦਾ ਕਲੇਸ਼ ਚੱਲਦਾ ਹੈ, ਉਸ ਕਲੇਸ਼ ਨੇ ਦੋਨਾਂ ਦੇ ਮਨ ਵਿੱਚ ਨਫ਼ਰਤ ਪੈਦਾ ਕਰ ਦਿੱਤੀ ਹੈ। ਪਤੀ ਨੂੰ ਲੱਗਦਾ ਹੈ ਪਤਨੀ ਘਟੀਆ ਹੈ ਤੇ ਪਤਨੀ ਨੂੰ ਲੱਗਦਾ ਪਤੀ ਘਟੀਆ ਹੈ। ਉਹਦਾ ਅਸਰ ਬੱਚਿਆਂ ਤੇ ਪੈ ਗਿਆ, ਬੱਚੇ ਵੱਡੇ ਹੋ ਗਏ ਨੇ, ਬੱਚੇ ਬਾਗੀ ਹੋ ਗਏ ਨੇ। ਹੁਣ ਇਹ ਦੁੱਖ ਜਿਹੜੇ ਚੱਲ ਰਹੇ ਨੇ, ਉੱਥੇ ਕੋਈ ਕਵੇ ਵੀ ਆ ਇੰਨਾ ਪੈਸਾ ਮੈਂ ਖਰਚ ਕਰ ਦੂੰਗਾ, ਸਾਡੇ ਅੰਦਰ ਉਹ ਅਵਸਥਾ ਵਾਪਸ ਲੈ ਕੇ ਆਓ ਜਿਹੜੀ ਪਤੀ ਪਤਨੀ ਵਾਲੀ ਸੀ, ਨਹੀਂ ਆਉਂਦੀ ਵਾਪਸ। ਪੈਸੇ ਨੇ ਸਾਥ ਨਹੀਂ ਦੇਣਾ, ਪੈਸਾ ਹੁਣ ਇੱਥੇ ਤੇਰਾ ਸਾਥ ਛੱਡ ਗਿਆ। ਆਖੋ ਭਾਈ ਵੀ ਪ੍ਰਾਪਰਟੀ ਜਿਹੜੀ ਹੈ ਉਹ ਤੇਰੀ ਕੰਮ ਨਹੀਂ ਆਉਣੀ ਹੈ। ਜੋ ਤੇਰਾ ਹਰ ਹਾਲਾਤ ਵਿੱਚ ਕੰਮ ਨਹੀਂ ਸੀ ਦੇਣ ਵਾਲਾ, ਕੁਝ ਕ੍ਰਿਟੀਕਲ ਹਾਲਾਤਾਂ ਵਿੱਚ ਜਿੱਥੋਂ ਤੂੰ ਅੰਦਰ ਦੁਖੀ ਹੋਏਗਾ, ਜਿੱਥੇ ਤੇਰੇ ਅੰਦਰ ਜ਼ਿੰਦਗੀ 'ਚ ਖਿਲਾਰਾ ਪਏਗਾ, ਜਿਸ ਖਿਲਾਰੇ ਕਾਰਨ ਤੂੰ ਘਰ ਵਿੱਚ ਸਾਰੇ ਚਾਰ ਸਪੇਰੇ ਖਿਲਾਰਾ ਪਾ ਬੈਠੇਗਾ, ਉੱਥੇ ਜੋ ਪੈਸਾ ਪ੍ਰਾਪਰਟੀ ਨੇ ਸਾਥ ਛੱਡ ਜਾਣਾ ਹੈ, ਉਹਦੇ 'ਚ ਉਲਝਣ ਲੱਗ ਪਿਆ ਮਨ। ਆਖੋ ਵਾਹਿਗੁਰੂ। ਯਾਤਰਾ ਸ਼ੁਰੂ ਹੋ ਗਈ। ਦੇਵਨ ਹਾਰ ਮਨ ਹੈ ਬਿਸਰਾਨਾ, ਹੁਣ ਦਾਤਾਂ ਵਿੱਚ ਉਲਝਦਾ ਗਿਆ, ਦੁਨਿਆਵੀ ਪ੍ਰਾਪਤੀਆਂ ਨੂੰ ਸਭ ਕੁਝ ਸਮਝ ਲਿਆ ਤੇ ਦੇਵਨ ਹਾਰਾ ਵਿਸਰਦਾ ਗਿਆ। ਆਖੋ ਵਾਹਿਗੁਰੂ। ਧਾਰੋ ਕਿਰਪਾ ਜਿਸ ਹੈ ਗੁਸਾਈ, ਜਿਸ ਤੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਮਾਲਕ ਗੁਸਾਈ, ਮਾਲਕ ਜਿਨ੍ਹਾਂ ਤੇ ਕਿਰਪਾ ਕਰਦੇ। ਇਤ ਉਤ ਨਾਨਕ ਤਿਸ ਬਿਸਰੋ ਨਾਹੀ, ਇਹ ਨਾਨਕ ਜੀ ਉਹਨਾਂ ਦੇ ਅੰਦਰ ਹਰ ਵੇਲੇ ਵਾਹਿਗੁਰੂ ਜੀ ਦੀ ਯਾਦ ਬਣਦੀ, ਹਰ ਵੇਲੇ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਂਦੇ ਨੇ, ਵਾਹਿਗੁਰੂ ਜੀ ਦੇ ਗੁਣਾਂ ਵਾਲਾ ਜੀਵਨ ਜਿਉਂਦੇ ਨੇ, ਉਹਦੇ ਨਿਯਮਾਂ ਨੂੰ ਫੋਲੋ ਕਰਦੇ ਨੇ ਤੇ ਸੱਚੇ ਗਿਆਨ ਨੂੰ, ਆਪਣੇ ਗੁਰੂ ਨੂੰ ਸਮਰਪਿਤ ਹੋ ਕੇ ਜੀਵਨ ਜਿਉਂਦੇ ਨੇ। ਕੌਣ? ਜਿਨ੍ਹਾਂ ਤੇ ਕਿਰਪਾ ਕਰਦੇ ਨੇ ਵਾਹਿਗੁਰੂ ਜੀ। ਇਹ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਸਾਡੇ ਤੇ ਕਿ ਇੱਕ ਪਲ ਵੀ ਵਿਸਰੇ ਨਾ। ਸ਼ਲੋਕ ਅਗਲਾ 7ਵੀਂ ਪੌੜੀ ਦੇ ਨਾਲ ਸ਼ਲੋਕ ਹੈ। ਆਵਤ ਹੁਕਮ ਬੇਨਾਸ ਹੁਕਮ, ਆਗਿਆ ਪਿੰਨ ਨਾ ਕੋਏ,
ਕੋਈ ਮਨ ਆਉਂਦਾ ਹੈ, ਉਹਦੇ ਗੁਣ ਬਿਨਸ ਜਾਂਦੇ ਨੇ, ਆਤਮਿਕ ਜੀਵਨ ਬਿਨਸ ਜਾਂਦਾ ਹੈ। ਕੋਈ ਆਪਣੇ ਅੰਦਰ ਆਤਮਿਕ ਜੀਵਨ ਬਣਾ ਲੈਂਦਾ ਹੈ, ਗੁਣ ਬਣਾ ਲੈਂਦਾ ਹੈ ਕਿ ਉਹਦੇ ਔਗਣ ਵਿਸਰ ਜਾਂਦੇ ਨੇ। ਇਸ ਉਦਾਹਰਨ ਨੂੰ ਸਮਝਿਓ, ਜਿਹੜਾ ਬੰਦਾ ਡੇਲੀ ਡਰਿੰਕਰ ਹੋ ਕੇ, ਕੁਸੰਗੀ ਬਣ ਕੇ, ਆਪਣੇ ਅੰਦਰ ਕੁਸੰਗੀ ਸੰਸਕਾਰਾਂ ਦਾ ਸੰਗ੍ਰਹਿ ਇਕੱਠਾ ਕਰ ਲਿਆ, ਮਾਂ ਦੀ ਗੋਦੀ 'ਚ ਤਾਂ ਨਹੀਂ ਸੀ। ਉਹ ਇਸ ਪਾਸੇ ਪਹਿਲਾਂ ਆਇਆ, ਉਹਨੇ ਸਾਰਾ ਕੁਝ ਸਹੇੜ ਲਿਆ। ਗੁਰੂ ਦੇ ਸ਼ਬਦਾਂ ਦੇ ਬੋਲ ਤੀਰ ਬਣ ਕੇ ਉਹਨੂੰ ਚੁਭੇ, ਉਹ ਨਸ਼ਾ ਛੱਡ ਗਿਆ, ਕੁਸੰਗ ਵਿੱਚ ਬੈਠਣਾ ਛੱਡ ਗਿਆ, ਕੁਸੰਗੀਆਂ ਵਿੱਚ ਜਾਣਾ ਛੱਡ ਗਿਆ। ਪਹਿਲਾਂ ਆਇਆ, ਉਧਰ ਗਿਆ, ਫਿਰ ਵਾਪਸ ਆਇਆ। ਆਖੋ ਵਾਹਿਗੁਰੂ। ਇਹ ਜੋ ਕੁਝ ਵੀ ਆਵਣਾ ਜਾਵਣਾ ਚੱਲ ਰਿਹਾ ਨਾ, ਆਵਤ ਹੁਕਮ ਵਿਨਾਸ਼ ਹੁਕਮ, ਉਹਦੇ ਨਿਜ਼ਮ ਵਿੱਚ ਹੈ। ਹੁਕਮ ਦੇ ਅਰਥ ਨਿਜ਼ਮ। ਨਿਜ਼ਮ ਕੀ ਸੀ? ਜਦੋਂ ਮਾਤਾ ਦੀ ਗੋਦੀ ਵਿੱਚ ਖੇਡਦਾ ਸੀ ਬਚਪਨ 'ਚ, ਅੰਦਰ ਚੰਗੇ ਵਿਚਾਰ, ਚੰਗੇ ਸੰਸਕਾਰ ਸੀ। ਜੇ ਘਰ ਦਾ ਕਲਚਰ ਹੀ ਕੁਸੰਗੀ ਮਿਲ ਗਿਆ ਜਾਂ ਫਰੈਂਡ ਸਰਕਲ ਦਾ ਕੁਸੰਗੀ ਮਿਲ ਗਿਆ, ਉਹ ਕੁਸੰਗੀ ਰਸ ਦਾ ਪ੍ਰਭਾਵ ਪੈ ਗਿਆ, ਨਿਜ਼ਮ ਇਹ ਅਜੇ ਪ੍ਰਭਾਵ ਪੈ ਗਿਆ ਤੇ ਉਲਝ ਗਿਆ, ਉਧਰ ਉਲਝ ਗਿਆ। ਫਿਰ ਗੁਰੂ ਦੇ ਬਚਨਾਂ ਦਾ, ਗੁਰੂ ਦੇ ਉਪਦੇਸ਼ ਦਾ ਪ੍ਰਭਾਵ ਪੈ ਗਿਆ, ਫਿਰ ਇੱਧਰ ਆ ਗਿਆ। ਅੰਦਰ ਭਾਵਨਾ ਤੋਂ ਨਿਜ਼ਮ ਸ਼ੁਰੂ ਹੋ ਜਾਂਦਾ ਹੈ। ਆਖੋ, ਉਸ ਨਿਜ਼ਮ ਤੋਂ ਬਾਹਰ ਕੋਈ ਨਹੀਂ। ਆਗਿਆ ਭਿੰਨ ਕੋਈ, ਉਹਦੇ ਨਿਜ਼ਮ ਤੋਂ ਬਾਹਰ ਨਹੀਂ। ਸਭ ਕੁਝ ਉਹਦੇ ਨਿਜ਼ਮ ਦੇ ਦਾਇਰੇ ਚੱਲ ਰਿਹਾ। ਆਵਨ ਜਾਨਾ ਤਿਹ ਮਿਟੈ, ਨਾਨਕ ਜਿਹ ਮਨ ਸੋਏ। ਜਿਸ ਵਾਹਿਗੁਰੂ ਜੀ ਦਾ ਨਿਜ਼ਮ ਚੱਲ ਰਿਹਾ, ਜਦੋਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਨਿਜ਼ਮ ਚੱਲ ਰਿਹਾ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਸੱਚਾ ਗਿਆਨ ਬਣ ਕੇ ਜਿਹਦੇ ਹਿਰਦੇ 'ਚ ਵਸ ਜਾਂਦੇ ਨੇ, ਉਹਦਾ ਆਵਣਾ ਜਾਵਣਾ ਵੀ ਮਿਟ ਜਾਂਦਾ ਹੈ। ਪੌੜੀ ਏਉ ਜੀ ਬਹੁਤ ਗਰਭ ਵਾਸੇ। ਇਸ ਤਰੀਕੇ ਨਾਲ ਇਹ ਜਿਹੜਾ ਮਨ ਹੈ ਨਾ, ਬੜੇ ਤਰ੍ਹਾਂ ਦੇ ਗਰਭ ਦੇ ਵਿੱਚ ਵਾਸਾ ਕਰਦਾ। ਕਦੀ ਇਹ ਮੱਛੀ ਵਾਲਾ ਸੁਭਾਅ ਲੈ ਲੈਂਦਾ, ਕਦੀ ਮਿਰਗ ਵਾਲਾ ਸੁਭਾਅ ਲੈਂਦਾ, ਕਦੀ ਸੱਪ ਵਾਲਾ ਸੁਭਾਅ ਲੈ ਲੈਂਦਾ, ਕਦੀ ਇਹ ਜਾਨਵਰਾਂ ਵਾਲਾ ਸੁਭਾਅ ਲੈਂਦਾ, ਕਦੀ ਪਸ਼ੂਆਂ ਵਾਲਾ। ਇਹ ਮਨ ਜਿਹੜਾ ਹੈ ਨਾ, ਹਰ ਤਰ੍ਹਾਂ ਦੇ ਸੁਭਾਅ ਨੂੰ ਆਪਣੇ ਅੰਦਰ ਲੈਂਦਾ ਹੈ, ਪਰ ਉਹਦੇ ਲਈ ਗਰਭ ਵੱਖਰੇ ਨੇ। ਧਿਆਨ ਦੇਣਾ ਕਿਵੇਂ। ਜੇ ਇਸਨੇ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਨੇ ਕਿ ਫਲਾਣਾ ਖਾਣਾ ਚਾਹੀਦਾ, ਆਹ ਚੀਜ਼ ਖਾਣੀ ਚਾਹੀਦੀ, ਆਹ ਚੀਜ਼ ਖਾਣੀ ਚਾਹੀਦੀ ਹੈ, ਉਹਦਾ ਪ੍ਰਭਾਵ ਬਣ ਗਿਆ। ਉਹ ਪ੍ਰਭਾਵ, ਮਨ ਉਸ ਪ੍ਰਭਾਵ ਰੂਪੀ ਗਰਭ 'ਚ ਗਿਆ, ਤਾਂ ਇਹ ਮਨ ਕਿਸ ਜੂਨੀ ਚਲਾ ਗਿਆ? ਮੱਛੀ ਦੀ ਜੂਨੀ 'ਚ। ਹੁਣ ਖਾਣੇ ਪੀਣੇ ਪਿੱਛੇ ਇਹ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਗਵਾ ਲਏਗਾ। ਮੱਛੀ ਦਾ ਦ੍ਰਿਸ਼ਟਾਂਤ, ਵਰਤਾਰਾ ਗੁਰਬਾਣੀ ਅੰਦਰ ਦੱਸਿਆ ਗਿਆ। ਦੂਸਰਾ ਹੈ, ਕਿਸੇ ਨੂੰ ਇਹ ਪ੍ਰਭਾਵ ਮਿਲਿਆ ਵੀ ਇਹ ਫਿਲਮਾਂ ਹੁੰਦੀਆਂ ਨੇ, ਆ ਸੀਨ ਹੁੰਦੇ ਨੇ, ਆ ਦੇਖਣੇ ਨੇ, ਪ੍ਰਭਾਵ ਪੈ ਗਿਆ, ਮਨ ਉਸ ਪ੍ਰਭਾਵ ਰੂਪੀ ਗਰਭ 'ਚ ਗਿਆ। ਹੁਣ ਅੱਖਾਂ ਦੇ ਰਸ ਦੇ ਵਿੱਚ ਉਲਝ ਗਿਆ, ਇਹ ਮਿਰਗ ਦੀ ਜੂਨੀ 'ਚ ਪੈ ਗਿਆ ਮਨ। ਸਰੀਰ ਮਨੁੱਖ ਦਾ ਰਹੇਗਾ। ਇੱਦਾਂ ਮਨ ਪਤਾ ਨਹੀਂ ਕਿਤਨੇ ਕੁ ਗਰਭ ਧਾਰਨ ਕਰਦਾ, ਤੇ ਪਤਾ ਨਹੀਂ ਕਿਤਨੇ ਕੁ ਪਸ਼ੂ ਪੰਛੀ ਜਾਨਵਰਾਂ ਦੇ ਸੁਭਾਅ ਰੂਪੀ ਜੂਨੀ ਦੇ ਵਿੱਚ ਇਹ ਮਨ ਇੱਦਾਂ ਜਿਉਂਦਾ ਹੈ, ਪਸ਼ੂਆਂ ਵਾਂਗੂ, ਜਾਨਵਰਾਂ ਵਾਂਗੂ। ਵੈਰ ਵਿਰੋਧ, ਮਾਰ ਧਾੜ, ਭਰਾ ਮਾਰੂ ਜੰਗ, ਇਹ ਮਨੁੱਖਾਂ ਦਾ ਕੰਮ ਥੋੜ੍ਹਾ ਹੀ ਹੈ, ਪਸ਼ੂ ਪ੍ਰਵਿਰਤੀਆਂ ਨੇ। ਆਖੋ, ਇਹ ਜਾਂਦਾ ਕਿਵੇਂ ਹੈ? ਮੋਹ ਮਗਨ ਮੀਠ ਜੋਨ ਫਾਸੇ। ਇਹਨੂੰ ਪਹਿਲਾਂ ਖਿੱਚ ਪੈਦਾ ਹੁੰਦੀ ਹੈ, ਉਹ ਗੱਲ ਇਹਨੂੰ ਚੰਗੀ ਲੱਗਦੀ ਹੈ, ਮਿੱਠੀ ਲੱਗਦੀ ਹੈ, ਤੇ ਇੱਦਾਂ ਇਹ ਮਨ ਫਿਰ ਪਸ਼ੂ ਪ੍ਰਵਿਰਤੀਆਂ ਦੀ ਜੂਨੀ ਵਿੱਚ ਫਸ ਜਾਂਦਾ। ਆਖੋ, ਇਨ ਮਾਇਆ ਤ੍ਰੈ ਗੁਣ ਵਸ ਕੀਨੇ। ਤੇ ਫਿਰ 3 ਗੁਣ ਪੈਦਾ ਕੀਤੇ ਨੇ ਮਾਇਆ ਦੇ। ਤਮੋ ਪੈਦਾ ਹੋ ਜਾਂਦੀ ਹੈ, ਤਮਾ ਰਾਜਸੀ ਸ਼ਕਤੀਆਂ ਦੀ ਭੁੱਖ ਪੈਦਾ ਹੋ ਜਾਂਦੀ ਹੈ, ਤੇ ਧਰਮ ਦੀ ਦੁਨੀਆ ਵਿੱਚ ਵੀ ਧਰਮ ਨਿਭਾਉਂਦੇ ਹਾਂ, ਤੇ ਧਰਮ ਦੇ ਮੁਕਾਬਲੇ ਤੇ ਦੁਨਿਆਵੀ ਪ੍ਰਾਪਤੀਆਂ ਮੰਗਣੀਆਂ, ਰਜੋ ਤਮੋ ਸਤੋ, ਇਹ ਗੁਣ ਨੇ, ਇਹਦੇ 'ਚ ਬਸ ਪੈ ਜਾਂਦਾ ਹੈ, ਤੇ ਤਮੋ ਭਾਰੀ ਹੁੰਦੀ ਹੈ, ਪ੍ਰਾਪਤੀ ਕਰਨੀ, ਮੈਨੂੰ ਆਹ ਮਿਲੇ, ਮੈਨੂੰ ਆਹ ਮਿਲੇ, ਮੈਨੂੰ ਆਹ ਮਿਲੇ। ਤ੍ਰਿਸ਼ਨਾ ਲੋਭ, ਤੇ ਮਨ ਇਸ ਤਰ੍ਹਾਂ ਜੂਨੀਆਂ 'ਚ ਪੈਂਦਾ। ਆਪਨ ਮੋਹ ਘਟੇ ਘਟ ਦੀਨੇ। ਉਹ ਜਿਹੜਾ ਮੋਹ ਹੈ ਨਾ, ਹਰ ਸਰੀਰ ਦੇ ਅੰਦਰ, ਹਰ ਚੀਜ਼ ਦੇ ਅੰਦਰ, ਇਹ ਮੋਹ ਜਿਹੜਾ ਹੈ, ਇਹਦੇ ਨਾਲ ਹੀ ਸਾਰੀ ਜ਼ਿੰਦਗੀ ਦੀ ਬਾਜੀ ਚੱਲਦੀ ਪਈ ਹੈ। ਇਹ ਸਾਜਨ ਕਛ ਕਹੋ ਉਪਾਇਆ। ਇਹ ਸੱਜਣ
ਕੁਛ ਮੈਨੂੰ ਕੋਈ ਦੱਸੇ ਇਹਦਾ ਯਤਨ ਕੀ ਹੈ, ਉਪਾਅ ਕੀ ਹੈ। ਇੱਥੇ ਹੀ ਗੱਲ ਯਾਦ ਰੱਖਿਓ, ਉਹ ਜਿਹੜੀ ਖਿੱਚ ਹੈ ਨਾ, ਜਿਹੜਾ ਮੋਹ ਹੈ, ਉਹ ਐਸਾ ਗਰਭ ਹੈ, ਉਸੇ 'ਚੋਂ ਹੀ ਪਸ਼ੂ ਪ੍ਰਵਿਰਤੀਆਂ, ਜਾਨਵਰ ਪ੍ਰਵਿਰਤੀਆਂ ਸੁਭਾਵਿਕ ਤੌਰ 'ਤੇ ਸਾਈਕੋਲੋਜੀਕਲੀ ਇਹਦੇ ਅੰਦਰ ਬਣਦੀਆਂ ਨੇ। ਤੇ ਉਹੀ ਜੇ ਮੋਹ ਤੇ ਖਿੱਚ ਗੁਰੂ ਵਾਲੇ ਪਾਸੇ ਬਣ ਜਾਵੇ ਤੇ ਤਰ ਸਕਦਾ। ਕੋਈ ਦੱਸੋ ਮੈਨੂੰ ਉਪਾਅ ਇਹਦਾ। ਜਾਂ ਤੇ ਤਰੋਂ ਬਿਖਮ ਇਹ ਮਾਇਆ, ਇਹ ਮਾਇਆ ਬਿਖਮ ਤੋਂ ਕਿਵੇਂ ਤਰਿਆ ਜਾਵੇ, ਕਿਵੇਂ ਬਚਿਆ ਜਾਵੇ। ਸਤਿਗੁਰੂ ਤਰੀਕਾ ਦੱਸਦੇ ਨੇ, ਕਰ ਕਿਰਪਾ ਸਤ ਸੰਗ ਮਿਲਾਏ। ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ ਜਦੋਂ ਸਤ ਸੰਗਤ ਮਿਲਦੀ ਹੈ ਤੇ ਉੱਥੇ ਸੱਚ ਦੀ ਸੰਗਤ ਮਨ ਨੂੰ ਕਰਨੀ ਆਉਂਦੀ ਹੈ। ਸੱਚ ਦੀ ਸੰਗਤ ਸੱਚੇ ਗਿਆਨ ਦੀ, ਗੁਰੂ ਦੇ ਉਪਦੇਸ਼ ਦੀ ਸੰਗਤ, ਭਾਵ ਮਨ ਨੂੰ ਚੰਗਾ ਲੱਗੇ, ਮੰਨਣ ਲੱਗ ਜਾਵੇ ਮਨ। ਨਾਨਕ ਤਾਂ ਕਹਿ ਨਿਕਟ ਨ ਮਾਏ। ਇਹ ਨਾਨਕ ਜੀ, ਫਿਰ ਉਹ ਜਿਹੜੀ ਵਿਕਾਰਾਂ ਦੀ ਖਿੱਚ ਹੈ ਨਾ, ਉਹ ਇਹਦੇ ਨਹੀਂ ਲੱਗਦੀ, ਕਿਉਂਕਿ ਇਹਦੀ ਖਿੱਚ ਗੁਰੂ ਦੇ ਉਪਦੇਸ਼ ਮੰਨਣ ਵੱਲ ਤੁਰ ਪੈਂਦੀ ਹੈ। ਉਹ ਅੰਦਰਲੀ ਧਾਰਾ ਨੂੰ ਗੁਰੂ ਦੇ ਉਪਦੇਸ਼ ਨੇ ਬਦਲ ਦੇਣਾ ਹੈ। ਪੌੜੀ ਇੱਕ ਹੈ ਆਪ ਕਰਾਵਨ ਹਾਰਾ। ਫਿਰ ਸੋਝੀ ਬਣਦੀ ਹੈ ਕਿ ਵਾਹਿਗੁਰੂ ਜੀ ਨੇ ਕੈਸਾ ਕਮਾਲ ਦਾ ਨੈਟਵਰਕ ਬਣਾਇਆ। ਉਹ ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਕੈਸਾ ਕੁਛ ਹੋ ਰਿਹਾ। ਉਹ ਆਪਣੇ ਨਿਜ਼ਮ ਰਾਹੀਂ ਹੀ ਇਹ ਸਭ ਕੁਛ ਕਰਾ ਰਿਹਾ, ਜਾਣੀ ਚਲਾ ਰਿਹਾ। ਆਪਹਿ ਪੁੰਨ ਪਾਪ ਪੁੰਨ ਵਿਸਥਾਰਾ। ਕੋਈ ਪਾਪ ਪ੍ਰਵਿਰਤੀ ਦੇ ਵਿੱਚ, ਕੋਈ ਪੁੰਨ ਪ੍ਰਵਿਰਤੀ ਵਿੱਚ। ਇਹ ਸਾਰਾ ਜਿਹੜਾ ਖਿਲਾਰਾ ਹੈ ਉਹਦੇ ਨਿਜ਼ਮ ਵਿੱਚ ਹੈ। ਤੇ ਅੰਦਰੋਂ ਜਿਹੜੀ ਮਨ ਦੀ ਭਾਵਨਾ, ਮਨ ਦੀ ਖਿੱਚ ਹੈ, ਉੱਥੋਂ ਨਿਜ਼ਮ ਸ਼ੁਰੂ ਹੋ ਜਾਂਦਾ ਹੈ। ਦੋ ਰਾਹ ਨੇ, ਲਿਵ ਧਾਤ ਦੋਏ ਰਾਹ ਹੈ। ਜਾਂ ਤਾਂ ਮਟੀਰੀਅਲਿਸਟਿਕ ਥਾਟ ਹੋਏਗੀ, ਅਟਰੈਕਸ਼ਨ ਟੂ ਮਟੀਰੀਅਲਿਜ਼ਮ, ਜਾਂ ਫਿਰ ਅਟਰੈਕਸ਼ਨ ਟੂ ਸਪਿਰਿਚੁਅਲਿਜ਼ਮ। ਲਿਵ ਤੇ ਧਾਤ ਦੋ ਰਾਹ ਨੇ। ਇਹ ਸਾਰਾ ਵਿਸਥਾਰਾ ਉਸ ਨਿਜ਼ਮ ਦੇ ਵਿੱਚ ਹੈ। ਕਿਆ ਜੁਗ ਜਿਤ ਜਿਤ ਆਪਹਿ ਲਾਇਓ। ਇਸ ਤਰੀਕੇ ਨਾਲ ਇਸ ਸੰਸਾਰ ਦੇ ਵਿੱਚ, ਉਸ ਨਿਜ਼ਮ ਦੇ ਵਿੱਚ ਜਿਹੋ ਜੀ ਭਾਵਨਾ ਹੈ ਅੰਦਰ, ਜਿਹੋ ਜੀ ਖਿੱਚ ਹੈ, ਉਸ ਤਰੀਕੇ ਨਾਲ ਇਹ ਜੀਵਨ ਉਸ ਨਿਜ਼ਮ ਅਨੁਸਾਰ ਵੱਖ-ਵੱਖ ਦਿਸ਼ਾ ਵਿੱਚ ਲੱਗੇ ਹੋਏ ਨੇ ਸਾਰੇ। ਸੋ ਸੋ ਪਾਇਓ ਜੋ ਆਪ ਦਿਵਾਇਓ। ਫਿਰ ਇਹਦੇ ਸੁਭਾਅ ਦੀ, ਇਹਦੀ ਸੋਚ ਦੀ ਜਿੱਡੀ ਕੁ ਝੋਲੀ ਹੈ, ਓਡੀ ਕਿ ਇਹਨੂੰ ਦਾਤ ਮਿਲੀ ਹੋਈ ਹੈ। ਜਿਹਦਾ ਜਜ਼ਬਾ ਹੀ ਛੋਟਾ ਹੈ, ਜਿਹਦਾ ਸਿਦਕ ਡੋਲਣ ਵਾਲਾ ਹੈ, ਜਿਹਦੀ ਭਾਵਨਾ ਗਹਿਰੀ ਨਹੀਂ ਹੈ, ਜਿਹਦੀ ਗੁਰੂ ਦੇ ਲਈ ਆਪਾ ਵਾਰਨ ਦੀ ਖਿੱਚ ਪ੍ਰੀਤ ਬਹੁਤੀ ਨਹੀਂ ਹੈ, ਉਹ ਤੁਰੇਗਾ ਡੋਲ ਜਾਏਗਾ। ਜਿਹਦੀ ਗਹਿਰੀ ਪ੍ਰੀਤ ਹੈ, ਜਜ਼ਬਾ, ਜਨੂਨ, ਲਗਨ ਹੈ, ਉਹ ਤੁਰਦਾ ਰਹੇਗਾ। ਇਸ ਲਈ ਜੈਸਾ ਜੈਸਾ ਉਹਦੇ ਅੰਦਰ ਵਰਤਾਰਾ ਹੈ, ਐਸਾ ਐਸਾ ਵਾਹਿਗੁਰੂ ਜੀ ਉਹਨੂੰ ਦਵਾਈ ਜਾਂਦੇ, ਸਮੀਕਰਨ ਬਣਾਉਂਦੇ ਨੇ। ਕਮਾਲ ਹੈ ਉਹਦਾ ਨੈਟਵਰਕ। ਉਹਾਂ ਕਾ ਅੰਤ ਨਾ ਜਾਣੈ ਕਉ। ਉਹਦਾ ਕੋਈ ਅੰਤ ਨਹੀਂ ਜਾਣ ਸਕਦਾ। ਬੇਅੰਤ ਹੈ, ਫਾਈਨਲ ਵਰਜ਼ਨ ਨਹੀਂ ਹੋ ਸਕਦਾ, ਫਾਈਨਲ ਅੰਡਰਸਟੈਂਡਿੰਗ ਨਹੀਂ ਹੋ ਸਕਦੀ, ਆਖਰੀ ਸੱਚ ਨਹੀਂ ਹੋ ਸਕਦਾ। ਜਿੰਨਾ ਕੁ ਸਮਝ ਲਿਆ ਉਨਾ ਕੁ ਪਤਾ ਲੱਗ ਗਿਆ। ਜੋ ਜੋ ਕਰੈ ਸੋਈ ਫੁਨ ਹੋਊ। ਉਹਦੇ ਨਿਜ਼ਮ ਦੇ ਵਿੱਚ ਜੋ ਵਰਤਾਰੇ ਵਰਤਦੇ ਨੇ ਉਹੀ ਹੋਣੇ ਨੇ। ਉਹਦੇ ਵਿੱਚ ਕਿਸੇ ਦਾ ਜ਼ੋਰ ਨਹੀਂ ਚੱਲੇਗਾ। ਇੱਕ ਕਹਿ ਤੇ ਸਗਲਾ ਵਿਸਥਾਰਾ। ਸਾਰਾ ਉਸ ਇੱਕ ਵਾਹਿਗੁਰੂ ਦੀ ਸੁਪਰੀਮ ਪਾਵਰ ਸ਼ਕਤੀ ਤੋਂ ਸਾਰਾ ਵਿਸਥਾਰਾ ਜਿਹੜਾ ਉਹਦੇ ਨਿਜ਼ਮ ਦੇ ਨੈਟਵਰਕ ਵਿੱਚ ਬਾ ਕਮਾਲ ਓਪਰੇਟਿੰਗ ਸਿਸਟਮ ਹੈ, ਜਿਹਦੇ ਵਿੱਚ ਇਹ ਸਭ ਕੁਝ ਚੱਲ ਰਿਹਾ। ਨਾਨਕ ਆਪ ਸਵਾਰਨਹਾਰਾ। ਇਹ ਨਾਨਕ ਜੀ, ਵਾਹਿਗੁਰੂ ਜੀ ਆਪ ਹੀ ਸਵਾਰਨਹਾਰੇ ਨੇ। ਉਹ ਸੱਚਾ ਗਿਆਨ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨੇ। ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਨੇ। ਜੇ ਉਹ ਸੱਚੇ ਗਿਆਨ ਦੇ ਨਾਲ ਗੂੜੀ ਪ੍ਰੀਤ ਬਣ ਜਾਵੇ ਤੇ ਉਸ ਗਿਆਨ ਦੇ ਪ੍ਰਕਾਸ਼ ਰਾਹੀਂ ਆਪਣੇ ਸੋਚ ਸੁਭਾਅ ਨੂੰ ਪੜਚੋਲ ਕੇ ਸੋਚ ਸੁਭਾਅ ਨੂੰ ਸੰਵਾਰਨ ਦੀ ਭਾਵਨਾ ਬਣ ਜਾਵੇ, ਫਿਰ ਉਸ ਉਪਦੇਸ਼ ਨੇ ਸੰਵਾਰ ਦੇਣਾ। ਆਖੋ ਵਾਹਿਗੁਰੂ। ਸ਼ਲੋਕ ਨੌਵੀਂ ਪੌੜੀ ਸ਼ੁਰੂ ਹੋ ਰਹੀ ਹੈ ਤੇ ਉਹਦੇ ਨਾਲ ਇਹ ਸ਼ਲੋਕ ਹੈ। ਰਾਚ ਰਹੇ ਬਨਤਾ ਬਿਨੋਦ ਕੁਸਮ ਰੰਗ ਬਿਖ ਸ਼ੋਰ। ਜਿਨ੍ਹਾਂ ਦੇ ਅੰਦਰ ਵਿਕਾਰਾਂ ਦੀਆਂ ਵਿਚਾਰਾਂ ਤੇ ਵਿਕਾਰੀ ਸੋਚਾਂ ਦਾ ਸ਼ੋਰ ਚੱਲਦਾ ਹੈ। ਅੰਦਰ ਵਿਚਾਰ ਹੀ ਉਹ ਚੱਲਦੇ ਨੇ, ਤ੍ਰਿਸ਼ਨਾ ਦੇ, ਲੋਭ ਦੇ, ਹੰਕਾਰ ਦੇ, ਨਫ਼ਰਤ ਦੇ ਵਿਚਾਰ ਚੱਲਦੇ ਨੇ। ਉਹ ਐਸ਼ੋ ਇਸ਼ਰਤ, ਰੰਗ ਤਮਾਸ਼ਿਆਂ ਦੇ ਵਿੱਚ ਉਲਝ ਜਾਂਦੇ ਨੇ। ਰਾਹ 'ਚ ਰਹੇ ਬਨਤਾ ਵਿਨੋਦ, ਇਹਦੇ ਵਿੱਚ ਉਲਝੇ ਹੋਏ ਨੇ। ਕੁਸਮ ਰੰਗ ਬਿਖਸ਼ੋਰ, ਵਿਕਾਰੀ ਰਸਾਂ ਵਿੱਚ, ਵਿਕਾਰੀ ਰੰਗ ਤਮਾਸ਼ਿਆਂ ਵਿੱਚ, ਕੁਸੰਗ ਦੇ ਵਿੱਚ
ਕੁਸੰਗੀ ਸੰਸਕਾਰਾਂ ਵਿੱਚ ਉਲਝੇ ਹੁੰਦੇ ਨੇ। ਜਿੰਨੇ ਵਾਰੀ ਜ਼ਿੰਦਗੀ 'ਚ ਕੁਸੰਗ ਕੀਤਾ ਉਹਦੇ ਸੰਸਕਾਰ ਬੈਠੇ ਨੇ, ਨੋਟ ਕਰਿਓ। ਜੇ ਅੰਦਰ ਕੁਸੰਗੀ ਸੰਸਕਾਰ ਬੈਠੇ ਨੇ ਨਾ, ਗੁਰੂ ਦੇ ਵਾਲੇ ਪਾਸੇ ਤੁਰਦਾ ਹੈ ਨਾ, ਉਹਨਾਂ ਸੰਸਕਾਰਾਂ ਵਿੱਚੋਂ ਕੋਈ ਕਨਫਿਊਜ਼ਨ ਪੈਦਾ ਹੋ ਜਾਣੀ ਹੈ। ਅੰਦਰ ਭੈ ਪੈਦਾ ਹੋ ਜਾਣਾ ਹੈ, ਡਾਊਟ ਪੈਦਾ ਹੋ ਜਾਣਾ ਹੈ, ਅੰਦਰੋਂ ਡੋਲ ਜਾਣਾ ਹੈ, ਰਹਿ ਜਾਣਾ ਹੈ। ਇਹ ਬਾਕਮਾਲ ਇੱਕ ਆਪਰੇਟਿੰਗ ਸਿਸਟਮ ਹੈ, ਬਾਕਮਾਲ ਇੱਕ ਨੈਟਵਰਕ ਹੈ। ਇਸ ਲਈ ਸਦਾ ਅਰਦਾਸਾਂ ਕਰਨੀਆਂ, ਵਾਹਿਗੁਰੂ ਜੀ ਗੁਰੂ ਦੀ ਗੱਲ, ਸਿੱਖੀ ਦੀ ਗੱਲ, ਚੰਗੀ ਸਿੱਖਿਆ ਕੌੜੀ ਨਾ ਲੱਗੇ, ਆਖੋ ਵਾਹਿਗੁਰੂ। ਉਲਝ ਜਾਂਦਾ ਹੈ ਮਨ ਉਸ ਵਿੱਚ, ਨਾਨਕ ਤਿਹ ਸ਼ਰਣੀ ਪਰਉ ਬਿਨਸ ਜਾਏ ਮੈਂ ਮੋਰ। ਇਹ ਨਾਨਕ ਜੀ, ਨਾਨਕ ਸ਼ਬਦ ਵਰਤ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਜਦੋਂ ਉਹਦੀ ਸ਼ਰਨ ਪੈਂਦਾ ਹਾਂ, ਸ਼ਰਣੀ ਪਰੋਂ, ਇਹ ਮੈਂ ਮੇਰੀ, ਇਹ ਖਿੱਚ ਦੁਨੀਆ ਵਾਲੇ ਪਾਸੇ ਦੀ ਅੰਦਰੋਂ ਖਤਮ ਹੋ ਜਾਂਦੀ ਹੈ, ਬਿਨਸ ਜਾਂਦੀ ਹੈ। ਪੌੜੀ ਨੌਵੀਂ ਪੌੜੀ ਹੈ ਬਾਵਨ ਅੱਖਰੀ ਬਾਣੀ ਦੀ। ਰਾਤ ਵਾਹਿਗੁਰੂ, ਰੇ ਮਨ ਬਿਨ ਹਰ ਜਹ ਰਚੋਂ ਤਹ ਤਹ ਬੰਧਨ ਪਾਏ। ਐ ਮਨਾ, ਜੇ ਅੰਦਰ ਰੱਬ ਦਾ ਭੈ ਨਹੀਂ, ਜੇ ਅੰਦਰ ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਨਹੀਂ, ਜੇ ਅੰਦਰ ਰੱਬ ਦਾ ਸ਼ੁਕਰਾਨਾ ਨਹੀਂ, ਮੈਂ ਫਿਰ ਥੋੜ੍ਹਾ ਹੋਰ ਨਿਖਾਰਨ ਦਾ ਯਤਨ ਕਰਾਂ। ਯਾਦ ਸ਼ਕਤੀ ਵਿੱਚ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਨਹੀਂ ਚੱਲ ਰਿਹਾ। ਸੋਚ ਦ੍ਰਿਸ਼ਟੀ ਵਿੱਚ ਫੈਸਲਾ ਲੈਣ ਲੱਗਿਆ ਰੱਬ ਦਾ ਭੈ ਨਹੀਂ, ਅਹਿਸਾਸ ਕਰਨ ਦੇ ਤਲ 'ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਨਹੀਂ, ਤੇ ਵਿਜ਼ਨ ਜਿਹੜਾ ਹੈ ਗੁਰੂ ਦੇ ਉਪਦੇਸ਼ ਨੂੰ ਮੰਨਣਾ ਤੇ ਗੁਰੂ ਦੀ ਕੌਮ ਲਈ, ਸਮਾਜ ਲਈ, ਸੰਸਾਰ ਲਈ ਕੁਝ ਕਰਨਾ, ਜੇ ਇਹ ਅੰਦਰ ਵਿਜ਼ਨ ਨਹੀਂ ਤਾਂ ਅੰਦਰੋਂ ਖਾਲੀ ਹੈ, ਆਖੋ ਵਾਹਿਗੁਰੂ। ਫਿਰ ਮਨਾ ਬਿਨ ਹਰ ਜਹ ਰਚੋਂ ਤਹ ਤਹ ਬੰਧਨ ਪਾਏ। ਫਿਰ ਜਿਹੜੇ ਪਾਸੇ ਵੀ ਮਨਾ ਤੂੰ ਰਚਦਾ ਜਾਏਗਾ, ਜਿਹੜੇ ਪਾਸੇ ਵੀ ਤੂੰ ਉਲਝਦਾ ਜਾਏਗਾ, ਉਹ ਤੈਨੂੰ ਬੰਧਨ ਪੈਂਦੇ ਜਾਣਗੇ। ਤੂੰ ਉਲਝਣ ਤਾਣੀ ਜ਼ਿੰਦਗੀ 'ਚ ਐਸੀ ਬਣਾਉਂਦਾ ਜਾਏਗਾ, ਉਸ ਉਲਝਣ ਤਾਣੀ ਵਿੱਚੋਂ ਤੈਨੂੰ ਨਿਕਲਣਾ ਔਖਾ ਹੋ ਜਾਏਗਾ। ਜਿਹ ਬਿਦ ਕਤ ਹੁ ਨ ਛੂਟੀ ਹੈ, ਸਾਕਤ ਤੇਉ ਕਮਾਹਿ। ਜਿਸ ਵਿਧੀ ਦੇ ਵਿੱਚ, ਜਿਸ ਤਰ੍ਹਾਂ ਦੀ ਉਲਝਣ ਤਾਣੀ ਦੇ ਵਿੱਚ, ਉਸ ਉਲਝਣ ਤਾਣੀ 'ਚੋਂ ਕਦੀ ਛੁੱਟਿਆ ਹੀ ਨਹੀਂ ਜਾ ਸਕਦਾ। ਕਤੂ ਨਾ ਛੁੱਟੀ ਹੈ, ਤੇ ਅੰਦਰੋਂ ਜਿਹੜਾ ਖਾਲੀ ਹੈ ਨਾ, ਇਸ ਤੋਂ ਟੁੱਟਿਆ ਹੋਇਆ, ਉਹ ਕੁਸੰਗੀ ਸੰਸਕਾਰਾਂ ਨੇ ਅੰਦਰ ਐਸੇ ਵਿਚਾਰ, ਐਸੀਆਂ ਸੋਚਾਂ ਪਾਈ ਰੱਖਣੀਆਂ, ਇਹ ਉਸੇ ਨੂੰ ਹੀ ਹੋਰ ਵਧਾਈ ਤੁਰਿਆ ਜਾਏਗਾ। ਤ੍ਰਿਸ਼ਨਾ ਵਧਾਈ ਜਾਏਗਾ, ਲੋਭ ਲਾਲਚ ਵਧਾਈ ਜਾਏਗਾ। ਉਹਦੇ ਲਈ ਆਪਾਂ ਵਾਰ ਦਾ ਆਪਣੀ ਜ਼ਿੰਦਗੀ ਨੂੰ ਇੱਕ ਉਸ ਪਾਸੇ ਦੀਵਾਨਾ ਹੋ ਕੇ ਅਸਲੀ ਮਾਰਗ ਨੂੰ ਛੱਡੀ ਬੈਠਾ, ਆਖੋ ਵਾਹਿਗੁਰੂ। ਹਉ ਹਉ ਕਰਤੇ ਕਰਮ ਰਤ, ਤਾਂ ਕੋ ਭਾਰ ਅਫਾਰ। ਅੰਦਰ ਮੈਂ ਮੇਰੀ ਦੀ ਭਾਵਨਾ, ਬਹੁਤ ਸਾਰੀ ਪ੍ਰਾਪਰਟੀ ਹੋਵੇ, ਬਹੁਤ ਸਾਰਾ ਪੈਸਾ ਹੋਵੇ, ਮੈਂ ਆਹ ਕਰ ਸਕਾਂਗਾ, ਮੈਂ ਉਹ ਕਰ ਸਕਾਂਗਾ, ਉਹਦੇ ਵਿੱਚ ਇਤਨਾ ਰਚ ਗਿਆ, ਇਤਨਾ ਰਚ ਗਿਆ ਉਹਦੇ ਕਰਮਾਂ ਵਿੱਚ, ਕਰਮ ਰਤ, ਉਸ ਉਲਝਣ ਤਾਣੀ ਵਿੱਚ, ਤ੍ਰਿਸ਼ਨਾ ਦੇ ਵਿੱਚ ਇਹਨੇ ਉਲਝਣ ਤਾਣੀ ਇਤਨੀ ਵਧਾ ਲਈ, ਤਾਂ ਕੋ ਭਾਰ ਅਫਾਰ, ਬਹੁਤ ਤਕੜਾ ਇੱਕ ਭਾਰ ਚੁੱਕ ਲਿਆ, ਜਿਹੜੀ ਪੰਡ ਲਾਉਣੀ ਬੜੀ ਔਖੀ, ਆਖੋ ਵਾਹਿਗੁਰੂ। ਪ੍ਰੀਤ ਨਾਹੀਂ ਜੋ ਨਾਮ ਸਿਉ, ਤਉ ਇਹੋ ਕਰਮ ਬੇਕਾਰ। ਜੋ ਕਰਨਾ ਸੀ ਉਹਦੇ ਵਾਸਤੇ ਟਾਈਮ ਨਹੀਂ, ਜੋ ਕਰਨਾ ਸੀ ਉਹਦੇ ਪਾਸੇ ਖਿੱਚ ਨਹੀਂ, ਜੋ ਕਰਨਾ ਸੀ ਉਹ ਔਖਾ ਲੱਗ ਰਿਹਾ ਹੈ। ਜੇ ਇਸ ਪਾਸੇ ਪ੍ਰੀਤ ਨਹੀਂ, ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਤੈਨੂੰ ਸੋਝੀ ਨਹੀਂ, ਤੇ ਜਿਹੜੇ ਕਰਮ ਨੇ ਨਾ, ਉਹ ਜ਼ਿੰਦਗੀ 'ਚ ਬੇਕਾਰਾਂ ਦੀ ਆਦਤਾਂ ਦੀ ਫਾਂਸੀ ਬਣ ਜਾਂਦੇ। ਬਾਂਧੇ ਜਮ ਕੀ ਜੇਵੜੀ, ਮਿੱਠੀ ਮਾਇਆ ਰੰਗ। ਤੇਰੇ ਤ੍ਰਿਸ਼ਨਾ, ਲੋਭ ਲਾਲਚ ਵਿੱਚ ਉਲਝਣਾ ਬੜਾ ਮਿੱਠਾ ਲੱਗਦਾ ਹੈ, ਆਦਤ ਬੜੀ ਚੰਗੀ ਲੱਗਦੀ ਹੈ। ਇਹ ਜਮਾਂ ਦੀ ਫਾਂਸੀ ਹੈ, ਆਖੋ ਵਾਹਿਗੁਰੂ। ਲੋਭ ਰੂਪੀ ਜਮ ਦੀ ਫਾਂਸੀ ਹੈ। ਇਹੀ ਤੇ ਮਾਇਆ ਦਾ ਪਿਆਰ ਹੈ। ਫਿਰ ਇਹਦੇ 'ਚੋਂ ਨਫ਼ਰਤ, ਕ੍ਰੋਧ, ਹੰਕਾਰ ਜਨਮ ਲੈਂਦੇ ਨੇ। ਅੰਦਰੋਂ ਭਰਮਿਆ ਹੋਇਆ ਅਸਲੀ ਮਾਰਗ ਪਤਾ ਨਹੀਂ ਲੱਗਿਆ। ਭਰਮ ਕੇ ਮੋਹੇ ਨਾ ਬੁਝੈ, ਸੋ ਪ੍ਰਭ ਸਦਹੂ ਸੰਗ। ਉਹ ਭਰਮ ਦੇ ਵਿੱਚ ਭਟਕਿਆ ਹੋਇਆ ਇਸ ਗੱਲ ਨੂੰ ਬੁੱਝਦਾ ਨਹੀਂ ਕਿ ਵਾਹਿਗੁਰੂ ਜੀ ਤਾਂ ਅੰਗ ਸੰਗ ਨੇ। ਉਹ ਤਾਂ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਨੇ।
ਉਹ ਤੇ ਤੈਨੂੰ ਕੁਛ ਸਿਖਾਉਣਾ ਚਾਹੁੰਦੇ ਨੇ, ਪਰ ਤੈਨੂੰ ਉਹ ਸਿੱਖਿਆ ਚੰਗੀ ਨਹੀਂ ਲੱਗਦੀ। ਆਖੋ ਵਾਹਿਗੁਰੂ। ਤੈਨੂੰ ਉਹ ਸਿੱਖਿਆ ਸਮਝ ਹੀ ਨਹੀਂ ਆਉਂਦੀ। ਤੇਰਾ ਪਲੜਾ ਖਾਲੀ ਹੈ। ਆਖੋ ਵਾਹਿਗੁਰੂ। ਲੇਖੈ ਗਣਤ ਨ ਛੁਟੀਐ, ਕਾਚੀ ਭੀਤ ਨ ਸ਼ੁੱਧ। ਫਿਰ ਸਾਡੇ ਮਨ ਨੇ, ਸਾਡੀ ਮੱਤ ਨੇ ਇਤਨੀਆਂ ਭੁੱਲਾਂ ਕੀਤੀਆਂ ਨੇ, ਇਤਨੀਆਂ ਭੁੱਲਾਂ ਕੀਤੀਆਂ ਨੇ, ਜੇ ਉਹਨਾਂ ਨੂੰ ਗਿਣਿਆ ਜਾਵੇ ਤੇ ਲੇਖਾ ਛੁੱਟ ਹੀ ਨਹੀਂ ਸਕਦਾ। ਇੱਕ ਥਾਂ ਤੇ ਨਾ ਲੇਖਾ ਕਤੈ ਨ ਛੁਟੀਐ, ਖਿਨ ਖਿਨ ਭੁੱਲਣ ਹਾਰ। ਇੱਥੇ ਕਿ ਲੇਖਾ ਗਣਤ ਨ ਛੁਟੀਐ। ਸੋਚ ਕੇ ਦੇਖੋ, ਆਪਣੀ ਜ਼ੁਬਾਨ ਦੇ ਨਾਲ ਕਿੰਨੇ ਵਾਰੀ ਆਪਣੀ ਮਾਂ ਨੂੰ ਕੌੜਾ ਬੋਲਿਆ, ਗਿਣਤੀ ਨਹੀਂ ਹੋ ਸਕਣੀ। ਆਪਣੇ ਬਾਪ ਨੂੰ ਕਿੰਨੇ ਵਾਰੀ ਕੌੜਾ ਬੋਲਿਆ, ਪਤਨੀ ਨੂੰ ਕਿੰਨੇ ਵਾਰੀ ਕੌੜਾ ਬੋਲਿਆ, ਧੀ ਨੂੰ, ਪੁੱਤ ਨੂੰ ਕਿੰਨੇ ਵਾਰੀ ਕੌੜਾ ਬੋਲਿਆ। ਕਿੰਨੇ ਵਾਰੀ ਦੂਸਰਿਆਂ ਦੇ ਨਾਲ ਨਫ਼ਰਤ ਦਾ ਅੰਦਰੋਂ ਵਿਚਾਰ ਉੱਠਿਆ। ਕਿੰਨੇ ਵਾਰੀ ਇਸ ਨਫ਼ਰਤ ਦੇ ਵਿੱਚੋਂ ਨਿੰਦਾ ਦੀਆਂ ਗੱਲਾਂ ਕੀਤੀਆਂ ਨੇ। ਉਹ ਸਾਰੇ ਸੰਸਕਾਰ ਅੰਦਰ ਬੈਠੇ ਨੇ, ਕਾਚੀ ਭੀਤ ਨਾ ਸ਼ੁੱਧ। ਜਿਵੇਂ ਜਿਹੜੀ ਮਿੱਟੀ ਦੀ ਦੀਵਾਰ ਹੁੰਦੀ ਹੈ ਨਾ ਕੱਚੀ, ਉਹ ਕੋਈ ਪਾਣੀ ਨਾਲ ਥੋੜ੍ਹੀ ਧੋਤੀ ਜਾਏਗੀ, ਉਹ ਤਾਂ ਕਿਰਦੀ ਜਾਏਗੀ। ਪਿਆਰਿਆ, ਇਹਦਾ ਇਲਾਜ ਪਤਾ ਕੀ ਹੈ? ਜਿਸ ਹੈ ਬੁਝਾਏ ਨਾਨਕਾ, ਇਹ ਗੁਰਮੁਖ ਨਿਰਮਲ ਬੁੱਧ। ਵਾਹਿਗੁਰੂ ਜੀ ਜਿਨ੍ਹਾਂ 'ਤੇ ਕਿਰਪਾ ਕਰਦੇ ਨੇ ਨਾ, ਉਹਨਾਂ ਨੂੰ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਸਮਝ ਆਉਂਦੇ ਨੇ, ਬੜੇ ਚੰਗੇ ਲੱਗਦੇ ਨੇ। ਮੰਨਣ ਦੇ ਲਈ ਆਪਾ ਵਾਰਨ ਦੀ ਭਾਵਨਾ ਪੈਦਾ ਹੁੰਦੀ ਹੈ। ਫਿਰ ਮੰਨਦੇ ਹਾਂ ਕੁਸੰਗੀ ਸੰਸਕਾਰ ਘਟਦੇ ਜਾਂਦੇ ਨੇ, ਮਿਟਦੇ ਜਾਂਦੇ ਨੇ, ਤੇ ਬੁੱਧ ਜਿਹੜੀ ਹੈ ਨਾ, ਉਹ ਨਿਰਮਲ ਹੁੰਦੀ ਜਾਂਦੀ ਹੈ। ਆਖੋ ਵਾਹਿਗੁਰੂ। ਸਮਝ ਵੱਧਦੀ ਜਾਂਦੀ ਹੈ। ਆਪਾਂ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਦੇ ਉਪਦੇਸ਼ਾਂ ਦੇ ਲਈ, ਸਮਝਣ ਦੇ ਲਈ ਯਤਨ ਨਹੀਂ ਕੀਤੇ। ਆਖੋ ਵਾਹਿਗੁਰੂ। ਸ਼ੁਕਰ ਵਾਹਿਗੁਰੂ ਜੀ ਦਾ, ਅਰਥਾਂ ਸਮੇਤ ਸਹਿਜ ਪਾਠ ਬੜਾ ਸੌਖਾ ਹੋ ਗਿਆ ਕਰਨਾ, ਨਹੀਂ ਤੇ ਸਟੀਕ ਤੋਂ ਕਰਾਂਗੇ, ਹਿੰਮਤ ਨਹੀਂ ਸੀ ਪੈਂਦੀ। ਹਾਲਾਂਕਿ ਇਹ ਅਰਥਾਂ ਸਮੇਤ ਸਹਿਜ ਪਾਠ ਜਿਸ ਤਰੀਕੇ ਨਾਲ ਚੱਲ ਰਿਹਾ, 4 ਸਾਲ ਲੱਗਣੇ ਨੇ, ਪਰ ਜਿਉਂ-ਜਿਉਂ ਕਰਦੇ ਜਾਓਗੇ ਆਨੰਦ ਵੱਧਦਾ ਜਾਏਗਾ। ਬਸ ਜਦੋਂ ਇੱਕ ਵਾਰੀ ਹੋ ਗਿਆ, ਛੱਡਿਆ ਹੀ ਨਹੀਂ ਜਾਏਗਾ, ਫਿਰ ਦੁਬਾਰੇ ਫਿਰ ਸ਼ੁਰੂ ਕਰੀਏ। ਮੁੱਲ ਦਾ ਪੈਸੇ ਦੇ ਕੇ 7 ਦਿਨਾਂ 'ਚ ਪਾਠ ਕਰਾਉਣਾ, ਆਪ ਬੈਠਣਾ ਨਾ, ਉਹ ਤੋਂ ਕਿਤੇ ਵਧੀਆ ਹੈ, ਕਿਤੇ ਉੱਤਮ ਹੈ। ਸਮਝਣਾ ਗੁਰੂ ਦੇ ਉਪਦੇਸ਼ਾਂ ਨੂੰ ਬੜੇ ਚੰਗੇ ਲੱਗਦੇ ਨੇ। ਫਿਰ ਜ਼ਿੰਦਗੀ 'ਚ ਜਿਉਣੇ ਅੰਦਰ ਵਿਚਾਰਧਾਰਾ ਬਣੇਗੀ। ਸਤਿਗੁਰੂ ਕਿਰਪਾ ਕਰਨ। ਸਰਬੱਤ ਤੇ ਰਹਿਮਤਾਂ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।